ਇਹ ਵੀ 70 ਸਾਲ 'ਚ ਪਹਿਲੀ ਵਾਰ ਮੌਕਾ ਹੋਊਗਾ। ਮੁੱਖ ਮੰਤਰੀ ਸਾਹਿਬ ਆਪ ਪ੍ਰੋਗਰਾਮ ਕਰਦੇ ਨੇ, ਉਹਦੇ ਵਿੱਚ ਸਾਡੇ ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਕਹਿੰਦੇ ਨੇ ਕਿ ਤੁਸੀਂ ਅੱਜ ਤੋਂ ਪਟਵਾਰੀ ਬਣ ਗਏ, ਤੁਹਾਨੂੰ ਪੂਰੀ ਤਨਖਾਹ ਮਿਲੂਗੀ, ਤੁਹਾਡੀ ਟ੍ਰੇਨਿੰਗ 1 ਸਾਲ ਦੀ ਹੋਊਗੀ। ਸਾਡੀ ਕੋਈ ਉਹਦੀ ਯੂਨੀਅਨ ਦਾ ਨੁਮਾਇੰਦਾ ਨਹੀਂ ਸੀ, ਕੋਈ ਸਾਡਾ ਪ੍ਰੈਸ਼ਰ ਨਹੀਂ ਸੀ, ਉਹਨਾਂ ਨੇ ਆਪ ਉਹਦੇ ਵਿੱਚ ਸਾਰੀ ਗੱਲ ਕੀਤੀ ਆ ਔਰ ਆਪ ਕਰਕੇ ਅਸੀਂ 1 ਸਾਲ ਤੋਂ ਬਾਅਦ ਹਵਾ ਹੋ ਗਈ। ਅੱਜ ਹੁਣ ਬੱਚਿਆਂ ਨੂੰ 5000 ਰੁਪਇਆ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ। ਮਾਲਵੇ ਦੇ ਬੱਚੇ ਦੁਆਬੇ ਦੇ ਮਾਝੇ ਨੌਕਰੀ ਕਰਨ ਜਾ ਰਹੇ ਨੇ 5000 ਤੇ, ਜਿਹੜੀ ਕਿ ਨਰੇਗਾ ਮਜ਼ਦੂਰ ਨਾਲੋਂ ਵੀ ਘੱਟ ਦਿਹਾੜੀ ਆ। ਔਰ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਨੇ ਜੀ। ਟ੍ਰੇਨਿੰਗ ਦੇ ਵਿੱਚ 5000 ਮਿਲਦਾ ਸਿਰਫ, ਜਿਹੜੀ ਜਿਹਨੂੰ ਸਟਾਈਪੈਂਡ ਕਿਹਾ ਜਾਂਦਾ। ਮਾਂ ਨੂੰ ਤਾਂ ਖੁਸ਼ੀ ਹੋਈ ਸੀ ਕਿ ਪਟਵਾਰੀ ਸਿਲੈਕਟ ਹੋ ਗਿਆ, ਵੀ ਚੱਲ ਮੁੰਡਾ ਸਾਡੇ ਘਰ ਦੀ ਗਰੀਬੀ ਲਾਊਗਾ, ਪਰ ਉਹ ਤਾਂ ਫੇਰ ਵੀ ਮਾਂ ਤੋਂ ਹੀ ਮੰਗੀ ਜਾਂਦਾ ਜੀ। ਕਿਹੜੇ ਮੂੰਹ ਨਾਲ ਮੰਗੇ ਦੱਸੋ ਜੀ। ਇਸ ਹਿਸਾਬ ਨਾਲ ਸਾਨੂੰ ਸ਼ੋਸ਼ਣ ਕਰ ਰਹੇ ਨੇ। 5000 ਨਹੀਂ ਦੇ ਰਹੇ, ਸਾਡੇ ਮੂੰਹ ਤੇ ਥੱਪੜ ਮਾਰ ਰਹੇ ਨੇ ਵੀ ਤੁਹਾਨੂੰ ਅਸੀਂ ਇੱਕ ਭਿਖਾਰੀ ਦੀ ਵਜੋਂ ਭੀਖ ਦੇ ਰਹੇ ਹਾਂ। ਇਹਦਾ ਹੱਲ ਉਹਨਾਂ ਨੇ ਇੱਕ ਤਾਂ ਜਿੰਨਾ ਦੇ ਤਾ ਨਾ ਆਪਦੇ ਬੋਲਾਂ ਰਾਹੀਂ ਵੀ ਅਸੀਂ ਸਾਲ ਦੀ ਕਰਤੀ, ਜਿਹੜੀ 1.5 ਸਾਲ ਦੀ ਟ੍ਰੇਨਿੰਗ। ਸਾਰਾ ਕੁਝ ਪੁੱਠਾ ਹੋਇਆ ਜੀ। ਜੋ ਕੁਝ ਉਹਨਾਂ ਨੇ ਕਿਹਾ ਅੱਜ ਤੱਕ ਕੋਈ ਲਾਗੂ ਨਹੀਂ ਹੋਇਆ। ਪੁਰਾਣੀ ਪੈਨਸ਼ਨ ਸਕੀਮ ਦੇ ਤਾਂ ਇਸ਼ਤਿਹਾਰ ਵੀ ਛਪ ਗਏ ਨਾ ਅਖਬਾਰਾਂ 'ਚ, ਔਰ ਉਹਨਾਂ ਨੇ ਰਾਜ ਪੱਧਰੀ ਪ੍ਰੋਗਰਾਮ ਕੀਤਾ। ਮੁੱਖ ਮੰਤਰੀ ਦਾ ਜਿਹੜਾ ਪ੍ਰੋਗਰਾਮ ਰਾਜ ਪੱਧਰੀ ਹੁੰਦਾ ਉਹ ਸਾਰਾ ਸਰਕਾਰੀ ਪ੍ਰੋਗਰਾਮ ਹੁੰਦਾ। ਸਰਕਾਰੀ ਪ੍ਰੋਗਰਾਮ ਦੀ ਸਟੇਜ ਤੋਂ ਕਿਹਾ ਉਹਨਾਂ ਨੇ, ਕਿਸੇ ਸੰਗਤ ਦਰਸ਼ਨ ਨਹੀਂ ਕਿਹਾ, ਕਿਸੇ ਰੈਲੀ 'ਚ ਨਹੀਂ ਕਿਹਾ। ਕਿ ਅੱਜ ਤੁਹਾਡੇ ਕੋਲ ਕੀ ਘਾਟ ਆ? ਹਰਾ ਪੈਨ ਤੁਹਾਨੂੰ ਪੰਜਾਬੀਆਂ ਨੇ ਫੜਾਤਾ, ਤੁਸੀਂ ਹਰਾ ਪੈਨ ਨਾਲ ਸਾਈਨ ਕਾਹਤੇ ਨਹੀਂ ਕਰਦੇ? ਅੱਜ ਨੌਜਵਾਨਾਂ ਦੀ ਮੰਗਾਂ ਸੀ, ਬਾਕੀ ਸਾਰੇ ਮੰਗਾਂ ਛੱਡਤੀਆਂ ਸੀਗਾ, ਬਾਕੀ ਸਾਨੂੰ ਕੁਛ ਨਾ ਦਿਓ ਜੀ। ਪਹਿਲਾਂ ਇਹਨਾਂ ਦੀ ਗੱਲ ਸੁਣੋ। ਆਹ ਸਾਡੇ ਧੀਆਂ ਪੁੱਤ ਖੜੇ ਨੇ, M.Tech B.Tech ਦੀ ਪੜ੍ਹਾਈ ਕਰਕੇ 1.5 ਲੱਖ 2 ਲੱਖ ਬੱਚੇ 'ਚੋਂ ਕੰਪੀਟੀਸ਼ਨ ਲੜ ਕੇ ਇਹ ਪੰਜਾਬ ਦੀ ਕਰੀਮ ਆ ਜਿਹੜੀ ਸਿਲੈਕਟ ਹੋਈ ਆ। ਮਾਨ ਸਾਹਿਬ ਨੇ ਸਟੇਜ ਤੇ ਖੜ ਕੇ ਜੁਆਇਨਿੰਗ ਲੈਟਰ ਦੇਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਵੀ ਮੈਂ ਤੁਹਾਡੀ ਟ੍ਰੇਨਿੰਗ ਘਟਾ ਕੇ 1 ਸਾਲ ਕਰਤੀ 1.5 ਤੋਂ। ਤੁਸੀਂ ਉਹੀ ਟ੍ਰੇਨਿੰਗ ਵਾਲੇ ਹੋ ਜਿੱਥੇ ਉਹ ਬਿਆਨ ਮੈਂ ਵੀ ਸੁਣਿਆ। ਬਿਆਨ ਹਾਂ ਸਰ, ਸਾਨੂੰ ਖੁਦ ਮਾਨ ਸਾਹਿਬ ਨੇ ਸਟੇਜ ਤੇ ਚੜ੍ਹ ਕੇ ਚੰਡੀਗੜ੍ਹ ਵਿੱਚ ਹੀ ਸੈਕਟਰ 35 ਦਿੱਤੇ ਸੀ ਬਿਆਨ ਇਹ ਹੀ ਵੀ ਭਾਈ ਤੁਹਾਡੀ ਟ੍ਰੇਨਿੰਗ ਘਟਾ ਕੇ 1 ਸਾਲ ਤੋਂ 1.5 ਸਾਲ ਤੋਂ 1 ਸਾਲ ਕਰਤੀ, ਪਲੱਸ ਤੁਹਾਨੂੰ ਪ੍ਰੋਬੇਸ਼ਨ ਦੇ ਵਿੱਚ 5000 ਨਹੀਂ 19,900 ਦਿੱਤਾ ਜਾਊਗਾ। ਸਰ ਸਾਡੇ ਸਾਥੀ ਇੰਨੇ ਡਿਪਰੈਸ਼ਨ ਦੇ ਵਿੱਚ ਆ ਚੁੱਕੇ ਨੇ, ਕਰਜ਼ਾ ਚੱਕ ਕੇ ਟ੍ਰੇਨਿੰਗ ਕਰ ਰਹੇ ਨੇ ਜੀ। ਅੱਜ ਮਨਰੇਗਾ ਮਜ਼ਦੂਰ ਦੀ ਦਿਹਾੜੀ 300 ਰੁਪਏ, ਟ੍ਰੇਨੀ ਪਟਵਾਰੀ ਦੀ ਦਿਹਾੜੀ 167 ਰੁਪਏ। ਸਾਡੀ ਇੱਕ ਭੈਣ ਆਈ ਇੱਥੋਂ ਸੰਗਰੂਰ ਤੋਂ, ਉਹਨਾਂ ਦੀ ਡੈਥ ਹੋ ਗਈ ਡਿਪਰੈਸ਼ਨ ਦੇ ਕਾਰਨ। ਉਹ ਵਿਚਾਰੀ ਨਵਾਂ ਸ਼ਹਿਰ ਦੇ ਵਿੱਚ ਟ੍ਰੇਨਿੰਗ ਕਰ ਰਹੀ ਸੀ 5000 ਦੇ ਉੱਤੇ। ਉਹਦਾ ਮਾਂ ਪਿਓ ਘਰ ਦੇ ਵਿੱਚ ਇਕੱਲੀ ਕਮਾਉਣ ਵਾਲੀ ਸੀ, ਹੈਂਡੀਕੈਪਟ ਕੁੜੀ ਸੀ ਜੀ ਉਹ। ਮਾਂ ਪਿਓ ਬਾਰ-ਬਾਰ ਕਹਿੰਦਾ ਸੀ ਪੁੱਤ ਹੋਰ ਨੌਕਰੀ ਜੁਆਇਨ ਕਰ ਲਾ। ਉਹ ਨਾ ਕੋਈ ਤਿਆਰੀ ਕਰ ਪਾਉਂਦੀ ਸੀ, ਕਿਉਂਕਿ ਪਟਵਾਰ ਦਾ ਕੰਮ ਇੰਨਾ ਹੀ, ਬੰਦਾ ਹੋਰ ਤਿਆਰੀ ਪੇਪਰ ਦੀ ਕਰ ਨਹੀਂ ਪਾਉਂਦਾ। ਤਾਂ ਉਹ ਇੰਨਾ ਡਿਪਰੈਸ਼ਨ ਲੈ ਗਈ ਜੀ, ਉਹਦੀ ਡੈਥ ਹੋ ਗਈ ਜੀ। ਹੁਣ ਸਾਨੂੰ ਮਾਨ ਸਾਹਿਬ ਦੱਸੇ ਵੀ ਕੀ ਉਹਦਾ ਸਾਰਾ ਬਣਦਾ ਬਕਾਇਆ ਦੇਣਗੇ ਜੀ ਇਹ। ਮੁੰਡੇ ਛੱਡ ਕੇ ਵੀ ਗਏ ਆ ਕਹਿੰਦੇ। 1227 ਪਟਵਾਰੀ ਭਰਤੀ ਕਰੇ ਸੀਗੇ 2016 ਦੇ ਵਿੱਚ। ਉਹ ਜੋ 450 ਬੰਦਾ ਨੌਕਰੀ ਛੱਡ ਗਿਆ, 450 ਪਟਵਾਰੀ ਨੌਕਰੀ ਛੱਡ ਗਿਆ 2016 ਦੇ ਵਿੱਚ। ਉਦੋਂ ਇੰਨਾ ਕਰੇਜ ਨਹੀਂ ਸੀ ਬਾਹਰ ਜਾਣ ਦਾ। ਹੁਣ ਇਹਨਾਂ ਨੂੰ 1090 ਭਰਤੀ ਕੀਤੇ ਨੇ, ਰੋਲ ਨੰਬਰ ਇਸ਼ੂ ਹੋ ਰਹੇ ਨੇ 740 ਬੰਦਿਆਂ ਨੂੰ। ਇੰਨੇ ਬੰਦੇ ਇਹਨਾਂ ਦੇ ਛੱਡ ਗਏ। ਰੰਗਲੇ ਪੰਜਾਬ 'ਚ ਤਾਂ ਧਰਨੇ ਲੱਗਣੇ ਨਹੀਂ ਸੀਗੇ। ਹੁਣ ਵੈਸੇ ਮੈਂ ਤਾਂ ਬਿਆਨ ਹੀ, ਜਿਵੇਂ ਤੁਸੀਂ ਬਿਆਨ ਕਰਿਆ, ਮੈਂ ਵੀ ਇੱਕ ਬਿਆਨ ਸੁਣਿਆ ਸੀ, ਕਹਿੰਦੇ ਰੰਗਲੇ ਪੰਜਾਬ 'ਚ ਧਰਨੇ ਨਹੀਂ ਲੱਗਣੇ। ਇਹਨੇ ਤਾਂ ਰੰਗਲੇ ਪੰਜਾਬ ਨੂੰ ਮੈਨੂੰ ਲੱਗਦਾ ਗੰਧਲਾ ਪੰਜਾਬ ਬਣਾਤਾ। ਅਸੀਂ ਤਾਂ ਪਹਿਲਾਂ ਹਿਸਟਰੀ ਸੁਣਿਆ ਕਰਦੇ ਸੀ ਵੀ ਸਾਡੇ ਪੰਜਾਬ ਤੇ ਅਹਿਮਦ ਸ਼ਾਹ ਅਬਦਾਲੀ ਨੇ ਕਬਜ਼ਾ ਕਰ ਲਿਆ ਆ ਕੇ। ਉਹ ਸਾਡਾ ਖੂਨ ਖੋਲਦਾ ਸੀ ਵੀ ਹੁਣ ਕਰਕੇ ਦਿਖਾਵੇ, ਪਰ ਅਸੀਂ ਨੇ ਆਪਦੇ ਹੱਥੀਂ ਫੇਰ ਕੰਡੇ ਬੀਜ ਲਏ। ਸਾਡਾ ਪੰਜਾਬ ਫੇਰ ਗੁਲਾਮ ਕਰਤਾ। ਸਾਡਾ ਸਾਰਾ ਪੈਸਾ ਤਾਂ ਇਹ ਐਡਵਰਟਾਈਜ਼ਮੈਂਟ 'ਚ ਕਿਤੇ ਗੁਜਰਾਤ ਲੈ ਜਾਂਦਾ, ਕਿਤੇ ਸਾਡਾ ਹੈਲੀਕਾਪਟਰ ਦਿੱਲੀ ਵਾਲੇ ਖਿੱਚੀ ਫਿਰਦੇ ਨੇ, ਤੇ ਸਾਡੇ ਤੇ ਬੱਚਿਆਂ ਦੀ ਜਿਹੜੀ ਸੁਣਵਾਈ ਨਹੀਂ। ਧੂਰੀ 'ਚ ਧਰਨੇ ਲਾਉਣੇ ਵੈਸੇ ਔਖੇ ਤਾਂ ਬਹੁਤ ਹੁੰਦੇ ਆ। ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਆ ਕੇ ਧਰਨਾ ਲਾਉਣਾ, ਦੇਖੋ ਜੀ, ਬਾਤ ਤਾਂ ਪੈਂਦਾ ਹੀ। ਪਹਿਲਾਂ ਦਬਾਅ ਹੋਰ ਤਰੀਕੇ ਦਾ ਪੈਂਦਾ ਸੀ। ਹੁਣ ਜਿਹੜਾ ਇਹਨਾਂ ਦੀ ਬਦਲਾਅ ਵੇਲੇ ਮਤਲਬ ਦਬਾਅ ਪੈਂਦਾ, ਉਹ ਬੜਾ ਟੇਢੇ ਤਰੀਕੇ ਦਾ। ਉਹ ਹਰ ਬੰਦਾ ਝੱਲ ਵੀ ਨਹੀਂ ਸਕਦਾ ਹੈਗਾ। ਜਿਹੜਾ ਕਮਜ਼ੋਰ ਬੰਦਾ ਉਹ ਝੱਲ ਨਹੀਂ ਸਕਦਾ, ਜਿਹੜਾ ਇਹ ਦਬਾਅ ਪਾਉਂਦੇ ਨੇ। ਜੋ ਸਾਡੇ ਮਾਲ ਮੰਤਰੀ ਦਾ ਹਾਲ ਹੋਇਆ ਤੁਸੀਂ ਦੇਖਿਆ ਮੀਡੀਆ 'ਚ। ਦੇਖੋ, ਕੁਦਰਤੀ ਆਫਤਾਂ ਪ੍ਰਬੰਧਨ ਦਾ ਮੰਤਰੀ ਹੋਵੇ, ਔਰ ਕੁਦਰਤੀ ਆਫਤ ਆਈ ਹੋਵੇ ਔਰ ਉਹਦੀ ਇੰਨੀ ਜਲਾਲਤ ਹੋ ਜਾਵੇ, ਉਹ ਕਿਵੇਂ ਆਪਣੇ ਅਫਸਰਾਂ ਨੂੰ ਮੋਟੀਵੇਟ ਕਰ ਦੂਗਾ ਜੀ ਉਹ? ਔਰ ਤੁਸੀਂ 10% ਸਟਾਫ ਨੂੰ ਕਹਿੰਦੇ ਤੁਸੀਂ 100% ਕੰਮ ਕਰੋ। ਅੱਜ ਜਿੱਥੇ ਹੜ੍ਹ ਆਇਆ ਫਲੱਡ ਪ੍ਰਭਾਵਿਤ ਏਰੀਆ, ਅੱਜ ਦੇ ਪੌਂਗ ਡੈਮ ਵਾਲਾ, ਉੱਥੇ 10% ਸਟਾਫ ਆ ਜੀ। ਸਿਰਫ 10% ਪਟਵਾਰੀ ਕੰਮ ਕਰ ਰਹੇ ਨੇ ਉੱਥੇ। ਇਹ ਜਿਹੜੀ ਪਟਵਾਰ ਜਮਾਤ ਆ, ਇਹ ਬਾਬੇ ਨਾਨਕ ਦੀ ਆ। ਬਾਬਾ ਨਾਨਕ ਪਟਵਾਰੀਆਂ ਦੇ ਘਰੇ ਜੰਮਿਆ। ਉਹਦਾ ਵਿਚੋਲਾ ਵੀ ਪਟਵਾਰੀ ਸੀ, ਉਹਦਾ ਸਹੁਰਾ ਸਾਹਿਬ ਵੀ ਪਟਵਾਰੀ ਸੀ। ਸਾਡੇ ਤੇ ਗੁਰੂ ਨਾਨਕ ਦੀ ਬਹੁਤ ਮਿਹਰ ਆ। ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬਹੁਤ ਵੱਡੇ ਵੱਡੇ ਮਹਿਲਾਂ ਵਾਲੇ ਚਲੇ ਗਏ। ਜਿਹਨੇ ਇਹਦੇ ਨਾਲ ਪੰਗਾ ਲਿਆ
ਉਹ ਦੁਬਾਰੇ ਬੰਦਾ ਜਿੱਤਿਆ ਨਹੀਂ ਹੈਗਾ ਜੀ। ਸੇਵਾ ਸਿੰਘ ਸੇਖਵਾਂ ਮਾਲ ਮੰਤਰੀ ਨੇ ਪੰਗਾ ਲਿਆ ਸੀ, ਮੁੜ ਕੇ ਸੇਵਾ ਸਿੰਘ ਸੇਖਵਾਂ ਐਮਐਲਏ ਨਹੀਂ ਬਣੇ। ਆਈ ਰੈਲੀ ਕੀਤੀ ਸੀ ਉਹਦੇ ਪਿੰਡ ਦੀ, ਉਹ ਕਹਿੰਦਾ ਮੈਂ ਮੇਰੇ ਪਿੰਡ ਰੈਲੀ ਕਰਨੀ ਦਾ, ਪਰਿਵਾਰ ਜਮਾਤ ਨੇ ਕਰੀ ਸੀ। ਉਹਨਾਂ ਦੇ ਫਰਜ਼ੰਦ ਨੂੰ ਵੀ ਐਤਕੀ ਜਿੱਤ ਨਸੀਬ ਨਹੀਂ ਹੋਈ। ਸਾਰੇ ਪੰਜਾਬ 'ਚ 92 ਬੰਦੇ ਜਿੱਤ ਗਏ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਵੈਸੇ ਤਾਂ ਇਹ ਲੋਕਤੰਤਰ ਹੈ, ਪਰ ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ, ਉਹਨਾਂ ਨੂੰ ਅਕਸਰ ਲੱਗਦਾ ਕਿ ਉਹ ਜੋ ਮੂੰਹ ਚੋਂ ਕਹਿ ਦਿੰਦੇ ਆ ਉਹੀ ਕਾਨੂੰਨ ਹੋ ਜਾਂਦਾ, ਉਹਨਾਂ ਦਾ ਵਚਨ ਹੀ ਸ਼ਾਸਨ ਹੋ ਜਾਂਦਾ, ਪਰ ਇਹ ਹੁੰਦਾ ਨਹੀਂ। ਪਟਵਾਰੀ ਧਰਨੇ ਤੇ ਬੈਠਿਆ, ਕਾਰਨ ਕਹੀ ਆ, ਮੰਗਾਂ ਕਹੀ ਆ। ਮੇਰੇ ਨਾਲ ਯੂਨੀਅਨ ਦੇ ਪ੍ਰਧਾਨ ਨੇ। ਸਭ ਤੋਂ ਪਹਿਲਾਂ ਇਹਨਾਂ ਤੋਂ ਪੁੱਛਦਾ ਕਿ ਕੀ ਕਾਰਨ ਆ ਅੱਜ, ਕਿਉਂ ਤੁਹਾਨੂੰ ਧੂਰੀ 'ਚ ਧਰਨਾ ਦੇਣਾ ਪੈ ਗਿਆ? ਸਭ ਤੋਂ ਪਹਿਲਾਂ ਤਾਂ ਮੈਂ ਸੀਵੇ ਸਾਹਿਬ ਨੂੰ ਦੱਸਣਾ ਚਾਹਣਾ ਕਿ ਮੁੱਖ ਮੰਤਰੀ ਦੇ ਮੂੰਹ ਤੋਂ ਨਿਕਲਿਆ ਸ਼ਬਦ ਕਾਨੂੰਨ ਹੁੰਦਾ। ਬਿਲਕੁਲ ਆਪਾਂ ਇਹ ਗੱਲ ਮੰਨਦੇ ਹਾਂ। ਅੱਜ ਅਸੀਂ 1 ਸਾਲ ਬਾਅਦ ਮੁੱਖ ਮੰਤਰੀ ਸਾਹਿਬ ਦੇ ਵਿਧਾਨ ਸਭਾ ਹਲਕੇ 'ਚ ਆਏ ਵੀ ਇਹ ਵੀ 70 ਸਾਲ 'ਚ ਪਹਿਲੀ ਵਾਰ ਮੌਕਾ ਹੋਊਗਾ। ਮੁੱਖ ਮੰਤਰੀ ਸਾਹਿਬ ਆਪ ਪ੍ਰੋਗਰਾਮ ਕਰਦੇ ਨੇ, ਉਹਦੇ ਵਿੱਚ ਸਾਡੇ ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਕਹਿੰਦੇ ਨੇ ਕਿ ਤੁਸੀਂ ਅੱਜ ਤੋਂ ਪਟਵਾਰੀ ਬਣ ਗਏ, ਤੁਹਾਨੂੰ ਪੂਰੀ ਤਨਖਾਹ ਮਿਲੂਗੀ, ਤੁਹਾਡੀ ਟ੍ਰੇਨਿੰਗ 1 ਸਾਲ ਦੀ ਹੋਗੀ। ਸਾਡੀ ਕੋਈ ਉਹਦੇ ਵਿੱਚ ਯੂਨੀਅਨ ਦਾ ਨੁਮਾਇੰਦਾ ਨਹੀਂ ਸੀ, ਕੋਈ ਸਾਡਾ ਪ੍ਰੈਸ਼ਰ ਨਹੀਂ ਸੀ। ਉਹਨਾਂ ਨੇ ਆਪ ਉਹਦੇ ਵਿੱਚ ਸਾਰੀ ਗੱਲ ਕੀਤੀ ਆ ਔਰ ਆਪ ਕਰਕੇ ਅਸੀਂ 1 ਸਾਲ ਤੋਂ ਉਹ ਵਾਅਦੇ ਹਵਾ ਹੋ ਗਏ ਜੀ। ਅੱਜ ਹੁਣ ਬੱਚਿਆਂ ਨੂੰ 5000 ਰੁਪਇਆ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ। ਮਾਲਵੇ ਦੇ ਬੱਚੇ ਦੁਆਬੇ ਤੇ ਮਾਝੇ ਨੌਕਰੀ ਕਰਨ ਜਾ ਰਹੇ ਨੇ 5000 ਤੇ, ਜਿਹੜੀ ਕਿ ਨਰੇਗਾ ਮਜ਼ਦੂਰ ਨਾਲੋਂ ਵੀ ਘੱਟ ਦਿਹਾੜੀ ਆ। ਔਰ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਨੇ ਜੀ। ਤਾਂ ਅੱਜ ਅਸੀਂ ਉਹਨਾਂ ਦੇ ਹਲਕੇ 'ਚ ਪਹੁੰਚੇ ਹਾਂ। ਪਰ ਇਹਦਾ ਹੱਲ ਉਹਨਾਂ ਨੇ ਇੱਕ ਤਾਂ ਜਿੰਨਾ ਦੇਤਾ ਨਾ ਆਪਦੇ ਬੋਲਾਂ ਰਾਹੀਂ ਵੀ ਅਸੀਂ ਸਾਲ ਦੀ ਕਰਤੀ, ਜਿਹੜੀ 1.5 ਸਾਲ ਦੀ ਟ੍ਰੇਨਿੰਗ ਆ। ਨਾ ਤਾਂ ਜੀ ਸਾਲ ਦੀ ਹੋਈ ਆ, ਉਹ ਟ੍ਰੇਨਿੰਗ ਦਾ ਵਧਾਉਣ ਵਾਸਤੇ ਵੀ ਲੈਟਰ ਜਾਰੀ ਹੋਗਾ 17 ਤਰੀਕ ਨੂੰ। ਸਾਰਾ ਕੁਝ ਪੁੱਠਾ ਹੋਇਆ ਜੀ। ਜੋ ਕੁਝ ਉਹਨਾਂ ਨੇ ਕਿਹਾ ਅੱਜ ਤੱਕ ਕੋਈ ਲਾਗੂ ਨਹੀਂ ਹੋਇਆ। ਪੁਰਾਣੀ ਪੈਨਸ਼ਨ ਸਕੀਮ ਦੇ ਤਾਂ ਇਸ਼ਤਿਹਾਰ ਵੀ ਛਪ ਗਏ ਨਾ ਅਖਬਾਰਾਂ 'ਚ। ਔਰ ਉਹਨਾਂ ਨੇ ਰਾਜ ਪੱਧਰੀ ਪ੍ਰੋਗਰਾਮ ਕੀਤਾ। ਮੁੱਖ ਮੰਤਰੀ ਦਾ ਜਿਹੜਾ ਪ੍ਰੋਗਰਾਮ ਰਾਜ ਪੱਧਰੀ ਹੁੰਦਾ ਉਹ ਸਾਰਾ ਸਰਕਾਰੀ ਪ੍ਰੋਗਰਾਮ ਹੁੰਦਾ। ਸਰਕਾਰੀ ਪ੍ਰੋਗਰਾਮ ਦੀ ਸਟੇਜ ਤੋਂ ਕਿਹਾ ਉਹਨਾਂ ਨੇ, ਕਿਸੇ ਸੰਗਤ ਦਰਸ਼ਨ ਨਹੀਂ ਕਿਹਾ, ਕਿਸੇ ਰੈਲੀ 'ਚ ਨਹੀਂ ਕਿਹਾ। ਔਰ ਉਹਦੇ ਸਾਹਮਣੇ ਕੌਣ ਬੈਠੇ ਨੇ? ਨਵੇਂ ਪਟਵਾਰੀ, ਸਾਡੇ ਧੀਆਂ ਪੁੱਤ, ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਬਾਹਰ ਨਾ ਜਾਣ, ਇਹ ਪੰਜਾਬ ਨੂੰ ਰੰਗਲਾ ਬਣਾਉਣ। ਉਹ ਉਹਨਾਂ ਨੂੰ 5000 ਰੁਪਇਆ ਦੇ ਕੇ ਦੇਖੋ ਜੀ। ਉਹਨਾਂ ਨੂੰ ਆਸ ਸੀਗੀ ਕਿ ਜੋ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ, ਇਹ ਤਾਂ ਸਾਡੀ ਗੱਲ ਹੀ ਬਣ ਗਈ। ਕਿਉਂਕਿ ਸਾਡੀ ਕੋਈ ਮੰਗ ਨਹੀਂ ਸੀ ਟ੍ਰੇਨਿੰਗ ਵਧਾਉਣ ਘਟਾਉਣ ਦੀ। ਸਾਡੀ ਮੰਗ ਸੀ ਕਿ ਸਾਡਾ ਇਕੱਲਾ ਪਟਵਾਰੀ ਆ ਜਿਹਦੀ ਟ੍ਰੇਨਿੰਗ ਉਹਦੀ ਸਰਵਿਸ ਦਾ ਹਿੱਸਾ ਨਹੀਂ ਹੈਗੀ। ਨਾਇਬ ਤਹਿਸੀਲਦਾਰ ਭਰਤੀ ਹੁੰਦਾ ਉਹਦਾ ਵੀ ਹਿੱਸਾ, ਪੁਲਿਸ ਵਾਲਾ ਭਰਤੀ ਹੁੰਦਾ ਉਹਦਾ ਵੀ ਟ੍ਰੇਨਿੰਗ ਹਿੱਸਾ, ਆਈਐਸ ਦਾ ਵੀ ਹਿੱਸਾ ਟ੍ਰੇਨਿੰਗ ਦਾ, ਪੀਸੀਐਸ ਦਾ ਵੀ ਆ। ਫਿਰ ਇਕੱਲੇ ਪਟਵਾਰੀ ਨਾਲ ਵਿਤਕਰਾ ਕਿਉਂ? ਇਹ ਵਿਤਕਰਾ ਇਕੱਲੇ ਪਟਵਾਰੀ ਨਾਲ ਹੋ ਰਿਹਾ। ਅੱਜ ਸਾਰੇ ਮੁਲਾਜ਼ਮ ਜਿੰਨੇ ਵੀ ਪੰਜਾਬ ਸਰਕਾਰ ਸੈਂਟਰ ਸਰਕਾਰ ਭਰਤੀ ਕਰਦੀ ਆ, ਉਹਨਾਂ ਦੀ ਟ੍ਰੇਨਿੰਗ ਉਹਨਾਂ ਦੀ ਸਰਵਿਸ ਦਾ ਪਾਰਟ ਆ। ਸਾਡੀ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਨਹੀਂ ਹੋਈ। ਦੱਸੋ ਹੁਣ ਮੁੱਖ ਮੰਤਰੀ ਹੀ ਕੈਬਨਿਟ ਦਾ ਇੰਚਾਰਜ ਆ। ਮੁੱਖ ਮੰਤਰੀ ਨੇ ਵਿਧਾਨ ਦੇ ਵਿੱਚ ਪੇਸ਼ ਕਰਨੇ ਨੇ ਸਾਰੇ। ਔਰ ਜਲੰਧਰ ਜਿਮਨੀ ਚੋਣ ਤੋਂ ਬਾਅਦ ਉਹਨਾਂ ਨੇ ਕੈਬਨਿਟ 'ਚ ਪਾਸ ਵੀ ਕਰ ਲਿਆ ਜੀ, ਵਿਆਹ ਹੋ ਗਿਆ ਜੀ, ਪਰ ਲਾਗੂ ਫੇਰ ਨਹੀਂ ਕੀਤਾ ਹੈਗਾ। ਪਰ ਇੱਕ ਵੈਲਿਊ ਆਫ ਵਰਡਸ ਵੀ ਹੁੰਦੀ ਹੈ ਨਾ, ਵੈਲਿਊ ਆ ਇੱਕ ਮੁੱਖ ਮੰਤਰੀ ਦੇ ਸ਼ਬਦਾਂ ਦੀ, ਕੁਛ ਤਾਂ ਅਹਿਮੀਅਤ ਆ ਨਾ। ਉਹਦੇ ਬਾਵਜੂਦ ਵੀ ਤੁਹਾਡੀਆਂ ਮੰਗਾਂ ਤੇ ਕਿਉਂ? ਅੱਜ ਅਸੀਂ ਧੂਰੀ ਵਿਖੇ ਤਾਂ ਹੀ ਆਏ ਸੀ ਵੀ ਧੂਰੀ ਦੇ ਲੋਕਾਂ ਨੂੰ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਇਹਨਾਂ ਨੇ ਉਹਨੂੰ ਪਹਿਲਾਂ ਤਾਂ 2 ਵਾਰ ਐਮਪੀ ਬਣਾਤਾ, ਫਿਰ ਇੱਥੋਂ ਉਹਨਾਂ ਨੂੰ ਐਮਐਲਏ ਬਣਾਤਾ। ਐਮਐਲਏ ਤੋਂ ਬਾਅਦ ਫਿਰ ਉਹ ਮੁੱਖ ਮੰਤਰੀ ਬਣ ਗਏ। ਵੀ ਅੱਜ ਤੁਹਾਡੇ ਕੋਲ ਕੀ ਘਾਟ ਆ? ਹਰਾ ਪੈਨ ਤੁਹਾਨੂੰ ਪੰਜਾਬੀਆਂ ਨੇ ਫੜਾਤਾ, ਤੁਸੀਂ ਹਰਾ ਪੈਨ ਨਾਲ ਸਾਈਨ ਕਾਹਤੇ ਨਹੀਂ ਕਰਦੇ? ਅੱਜ ਨੌਜਵਾਨਾਂ ਦੀ ਮੰਗਾਂ ਸੀ, ਬਾਕੀ ਸਾਰੇ ਮੰਗਾਂ ਛੱਡਤੀਆਂ ਸੀ। ਅਸੀਂ ਬਾਕੀ ਸਾਨੂੰ ਕੁਛ ਨਾ ਦਿਓ ਜੀ, ਪਹਿਲਾਂ ਇਹਨਾਂ ਦੀ ਗੱਲ ਸੁਣੋ। ਆਹ ਸਾਡੇ ਧੀਆਂ ਪੁੱਤ ਖੜੇ ਨੇ, ਐਮਟੈਕ ਬੀਟੈਕ ਦੀ ਪੜ੍ਹਾਈ ਕਰਕੇ 1.5 ਲੱਖ 2 ਲੱਖ ਬੱਚੇ ਚੋਂ ਕੰਪੀਟੀਸ਼ਨ ਲੜ ਕੇ ਇਹ ਪੰਜਾਬ ਦੀ ਕਰੀਮ ਆ ਜਿਹੜੀ ਸਿਲੈਕਟ ਹੋਈ ਆ। ਇਹ ਤਾਂ ਮੰਨਦੇ ਹੋ ਨਾ ਤੁਸੀਂ ਗੱਲ? ਪੰਜਾਬ ਦੀ ਕਰੀਮ ਜਿਹੜੀ ਕਿ ਬਹੁਤ ਸੌਖਾ ਸੀ ਇਹਨਾਂ ਨੂੰ ਆਈਲੈਟਸ ਦਾ ਪੇਪਰ ਦੇ ਕੇ ਬਾਹਰ ਜਾਣਾ। ਔਰ ਇਹ ਵਿਚਾਰੇ 2 ਸਾਲ ਤੋਂ ਧੱਕੇ ਖਾ ਰਹੇ ਨੇ। ਪਹਿਲਾਂ ਤਾਂ ਕਾਂਗਰਸ ਵੇਲੇ ਇਹਨਾਂ ਦਾ ਪੇਪਰ ਨਹੀਂ ਹੋਇਆ, ਦੂਜਾ ਫਿਰ ਪੇਪਰ ਹੋ ਗਿਆ, ਚੋਣ ਜਾਬਤਾ ਲੱਗ ਗਿਆ। ਫਿਰ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਭਰਤੀ ਸਹੀ ਨਹੀਂ ਹੋਈ। ਫਿਰ ਜਦੋਂ ਅਸੀਂ ਵਾਧੂ ਹਲਕਿਆਂ ਦਾ ਕੰਮ ਬੰਦ ਕਰਤਾ, ਫਿਰ ਉਸ ਮਜਬੂਰੀ 'ਚ ਉਹਨਾਂ ਨੇ ਭਰਤੀ ਕੀਤੀ। ਫਿਰ ਭਰਤੀ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ 70 ਸਾਲ ਤੋਂ ਜੋ ਵਿਤਕਰਾ ਹੋ ਰਿਹਾ 1966 ਤੋਂ, ਤੁਹਾਡੇ ਰੂਲ ਗਲਤ ਨੇ, ਉਹ ਮੈਂ ਠੀਕ ਕਰਨ ਲੱਗਿਆ। ਫਿਰ 1 ਸਾਲ ਉਹ ਰੂਲ ਹੀ ਨਹੀਂ ਬਣਾਏ ਹੈਗੇ ਜੀ। ਰੂਲ ਬਣਾਤੇ 2023 ਦੇ ਵਿੱਚ ਚਿੱਠੀ ਆ ਗਈ, ਨੋਟੀਫਾਈ ਹੋ ਗਏ। ਉਹ 'ਚ ਲਿਖਤਾ ਵੀ ਇਹ ਇਸ ਤਰੀਕ ਤੋਂ ਲਾਗੂ ਹੋਣਗੇ। ਵੀ ਜਿਹੜਾ ਭਲਾ ਮਨ ਸਾਲ ਪਹਿਲਾਂ ਉਹਨਾਂ ਨੇ ਵਾਅਦਾ ਕਰੀ ਬੈਠਾ, ਉਹਦੇ 'ਚ ਡੇਟ ਪਾਉਂਦਾ ਉਹ ਰੂਲਾਂ ਦੇ ਵਿੱਚ ਟੈਕਨੀਕਲ ਖਾਮੀ ਛੱਡੀ ਗਿਆ ਜਾਣ ਬੁੱਝ ਕੇ ਨੌਜਵਾਨਾਂ ਦੀ ਘਾਣ ਕਰਨ ਵਾਸਤੇ। ਕੀ ਨਵੇਂ ਹੈਗੇ ਆ ਭਰਤੀ ਵਾਲੇ ਇੱਥੇ ਬਾਈ? ਤੁਸੀਂ ਹੋ ਬਾਈ? 710 ਪਟਵਾਰੀ ਜਿਹੜੇ ਇਸ ਸਾਲ ਭਰਤੀ ਕੀਤੇ ਗਏ ਨੇ, ਠੀਕ ਹੈ। ਹਾਲੇ ਤੱਕ ਸਾਨੂੰ ਕੋਈ ਰਿਕਰੂਟਮੈਂਟ ਲੈਟਰ ਨਹੀਂ ਗਿਆ। ਜਿਵੇਂ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਬਦਲਾਂਗੇ, ਸੱਚੀ ਉਹਨਾਂ ਨੇ ਬਦਲਤਾ। ਕਿਵੇਂ ਬਦਲਿਆ ਹੁਣ ਮੈਂ ਤੁਹਾਨੂੰ ਦੱਸਦਾ। ਉਹ ਝੂਠੇ ਵਾਅਦੇ ਕਰਕੇ, ਠੀਕ ਹੈ ਜੀ। ਪਹਿਲਾਂ ਤਾਂ ਕਹਿੰਦੇ 1 ਸਾਲ ਦੀ ਅਸੀਂ ਟ੍ਰੇਨਿੰਗ ਕਰ ਦਾਂਗੇ, ਉਹ ਹਲੇ ਤੱਕ ਲਾਗੂ ਨਹੀਂ ਹੋਈ ਜੀ। ਦੂਜੀ ਕਹਿੰਦੇ ਅਸੀਂ 19,900 ਬੇਸਿਕ ਪੇ ਦੇਵਾਂਗੇ ਜੀ। ਅੱਜ ਤੱਕ 19,900 ਪੇ ਬੇਸਿਕ ਪੇ ਕਿਸੇ ਨੂੰ ਨਹੀਂ ਮਿਲੀ ਜੀ। ਪਟਵਾਰੀ ਨੂੰ, ਇੱਕ ਪਟਵਾਰੀ ਇਹੋ ਜਿਹਾ ਜਿਹੜਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਤੇ ਹਰ ਜ਼ਮੀਨ ਪੱਧਰੀ ਕੰਮ ਨਾਲ ਜੁੜਿਆ ਹੋਇਆ, ਤੇ ਉਹਨੂੰ ਅਨਸਕਿਲਡ ਗਿਣੀ ਜਾਂਦੇ ਨੇ, ਤੇ ਉਹਨੂੰ 5000 ਰੁਪਇਆ
1.5 ਸਾਲ ਲਈ ਦੇਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੋਈ ਹੈ। ਠੀਕ ਹੈ ਜੀ, ਕੋਸ਼ਿਸ਼ ਕਿ ਜਿਹੜੇ ਪਹਿਲਾਂ ਪਟਵਾਰੀ ਲੱਗੇ ਹੋਏ ਸੀ ਉਹਨਾਂ ਦਾ 1 ਸਾਲ ਪਟਵਾਰੀ ਦਾ ਟ੍ਰੇਨਿੰਗ ਪੀਰੀਅਡ ਖਤਮ ਹੋ ਗਿਆ, ਪਰ ਫਿਰ ਵੀ ਉਹਨਾਂ ਦਾ ਐਗਜ਼ਾਮ ਨਹੀਂ ਲਿੱਤਾ ਗਿਆ ਜੀ। ਠੀਕ ਹੈ ਜੀ, ਫਿਰ ਹਲੇ ਹੋਰ 6 ਮਹੀਨੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ। ਇਹ ਤਾਂ ਸਾਡੀ ਪਟਵਾਰ ਯੂਨੀਅਨ ਜਿਹੜਾ ਸਾਡੀ ਬਾਹ ਫੜੀ ਹੈ ਜਿਨ੍ਹਾਂ ਨੇ, ਉਹਨਾਂ ਕਰਕੇ ਅਸੀਂ ਬਚੇ ਹੋਏ ਆ। ਨਹੀਂ ਤਾਂ ਇਹ ਸਰਕਾਰ ਜਿਹੜੀ ਸੱਚੀ ਉਹ ਬਦਲਣ ਲੱਗੀ ਹੋਈ ਆ, Training 'ਚ ਜ਼ਮੀਰ ਮਾਰਨ ਲੱਗੀ ਹੋਈ ਆ। 5000 ਮਿਲਦਾ ਉਹਨੂੰ। ਹਾਂਜੀ, ਟ੍ਰੇਨਿੰਗ ਦੇ ਵਿੱਚ 5000 ਮਿਲਦਾ ਹੈ, ਸਿਰਫ ਜਿਹਨੂੰ ਸਟਾਈਪੈਂਡ ਕਿਹਾ ਜਾਂਦਾ ਹੈ। ਠੀਕ ਹੈ ਜੀ, 5000 ਚ ਕਰ ਕੀ ਲਊ ਬੰਦਾ ਯਾਰ? ਇੰਨੇ ਚ ਤਾਂ ਮੈਨੂੰ ਲੱਗਦਾ ਵੀ ਆਪਾਂ ਪੰਜਾਬ ਵਰਗੀ ਸਟੇਟ 'ਚ ਰਹਿੰਦੇ ਆ ਜਿਹੜੀ ਇੱਕ ਜਿੱਥੇ ਲਿਵਿੰਗ ਆਫ ਕਾਸਟ ਹਾਈ ਆ। ਬਿਲਕੁਲ ਸਹੀ ਗੱਲ ਕਹੀ ਜੀ। 1090 ਪਟਵਾਰੀਆਂ 'ਚ ਵੀ ਮੇਰੇ ਕੁਝ ਦੋਸਤ ਨੇ ਜਿਨ੍ਹਾਂ ਦੀ ਲਾਈਕ ਪਟਿਆਲੇ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਹੁਸ਼ਿਆਰਪੁਰ ਮਿਲਿਆ। ਮੈਨੂੰ ਕਿਰਪਾ ਕਰਕੇ ਸੀਐਮ ਸਾਹਿਬ, ਠੀਕ ਹੈ ਜੀ, ਜਿਹੜੇ ਝੂਠੇ ਲਾਰੇ ਲਾਉਂਦੇ ਨੇ, ਮੈਨੂੰ ਐਂ ਦੱਸ ਦੇਣ ਜੇ ਕੋਈ ਗਰੀਬ ਬੱਚਾ ਜਿਹਦੀ ਸਪੋਜ਼ ਕਰ ਲਓ ਲੈਟ ਇਟ ਵੀ ਮੇਰਾ ਇੱਕ ਦੋਸਤ ਹੈ ਜੀ, ਉਹਦੀ ਮਾਂ ਕੱਲੀ ਸਹਾਰਾ ਹੈ ਜੀ ਘਰੇ, ਠੀਕ ਹੈ, ਕੱਲੀ ਘਰ ਸਾਂਭਦੀ ਆ, ਉਹ ਡੇਲੀ ਇੰਨਾ ਕੁ ਮਜਬੂਰ ਹੈ ਕਿ ਅਪ ਡਾਊਨ ਕਰੇ। ਉਹ ਮੈਨੂੰ ਐਂ ਦੱਸ ਦਿਓ ਵੀ 400 ਰੁਪਇਆ ਡੇਲੀ ਦਾ ਅਪ ਡਾਊਨ ਕਰਕੇ ਭਰੇ, 400 ਰੁਪਏ ਨਾਲ ਆਣ ਜਾਣ ਕਰੇ, ਕਿ ਜੇ ਉੱਥੇ ਰਹੇ ਤਾਂ 8000 ਰੁਪਇਆ ਭਰੇ। ਉਹ ਕਿਹੜੀ ਮਾਂ ਦੇ ਮੂੰਹ ਤੋਂ ਮੰਗੇ? ਮਾਂ ਨੂੰ ਤਾਂ ਖੁਸ਼ੀ ਹੋਈ ਸੀਗੀ ਪਟਵਾਰੀ ਸਿਲੈਕਟ ਹੋ ਗਿਆ ਵੀ ਚੱਲ ਮੁੰਡਾ ਸਾਡੇ ਘਰ ਦੀ ਗਰੀਬੀ ਲਾਊਗਾ, ਪਰ ਉਹ ਤਾਂ ਫਿਰ ਵੀ ਮਾਂ ਤੋਂ ਹੀ ਮੰਗੀ ਜਾਂਦਾ ਜੀ। ਕਿਹੜੇ ਮੂੰਹ ਨਾਲ ਮੰਗੇ ਦੱਸੋ ਜੀ? ਇਹ ਇਸ ਹਿਸਾਬ ਨਾਲ ਸਾਨੂੰ ਸ਼ੋਸ਼ਣ ਕਰ ਰਹੇ ਨੇ। ਇਹ 5000 ਨਹੀਂ ਦੇ ਰਹੇ, ਸਾਡੇ ਮੂੰਹ ਤੇ ਥੱਪੜ ਮਾਰ ਰਹੇ ਨੇ ਵੀ ਤੁਹਾਨੂੰ ਅਸੀਂ ਇੱਕ ਭਿਖਾਰੀ ਦੀ ਵਜੋਂ ਭੀਖ ਦੇ ਰਹੇ ਹਾਂ। ਸਰ ਮੈਂ ਦੱਸਣਾ ਚਾਹਣਾ ਜੀ, 1090 ਪਟਵਾਰੀਆਂ ਦੇ ਵਿੱਚ ਅਸੀਂ ਜਦੋਂ ਸਿਲੈਕਟ ਹੋਏ ਸੀ ਨਾ ਜੀ, ਮਾਨ ਸਾਹਿਬ ਨੇ ਸਟੇਜ ਤੇ ਖੜ ਕੇ ਜੁਆਇਨਿੰਗ ਲੈਟਰ ਦੇਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਵੀ ਮੈਂ ਤੁਹਾਡੀ ਟ੍ਰੇਨਿੰਗ ਘਟਾ ਕੇ 1 ਸਾਲ ਕਰਤੀ 1.5 ਤੋਂ। ਅੱਛਾ, ਉਹ ਤੁਸੀਂ ਉਹੀ ਟ੍ਰੇਨਿੰਗ ਵਾਲੇ ਹੋ ਜਿੱਥੇ ਉਹ ਬਿਆਨ ਮੈਂ ਵੀ ਸੁਣਿਆ। ਬਿਆਨ, ਹਾਂ ਸਰ, ਸਾਨੂੰ ਖੁਦ ਮਾਨ ਸਾਹਿਬ ਨੇ ਸਟੇਜ ਤੇ ਚੜ੍ਹ ਕੇ ਚੰਡੀਗੜ੍ਹ ਵਿੱਚ ਹੀ ਸੈਕਟਰ 35 ਦਿੱਤੇ ਸੀ ਬਿਆਨ ਇਹ ਜੀ ਵੀ ਭਾਈ ਤੁਹਾਡੀ ਟ੍ਰੇਨਿੰਗ ਘਟਾ ਕੇ 1 ਸਾਲ ਤੋਂ 1.5 ਸਾਲ ਤੋਂ 1 ਸਾਲ ਕਰਤੀ, ਪਲੱਸ ਤੁਹਾਨੂੰ ਪ੍ਰੋਬੇਸ਼ਨ ਦੇ ਵਿੱਚ 5000 ਨਹੀਂ 19900 ਦਿੱਤਾ ਜਾਊਗਾ। ਸਰ ਸਾਡੇ ਸਾਥੀ ਇੰਨੇ ਡਿਪਰੈਸ਼ਨ ਦੇ ਵਿੱਚ ਆ ਚੁੱਕੇ ਨੇ, ਕਰਜ਼ਾ ਚੱਕ ਕੇ ਟ੍ਰੇਨਿੰਗ ਕਰ ਰਹੇ ਨੇ ਜੀ। ਅੱਜ ਮਨਰੇਗਾ ਮਜ਼ਦੂਰ ਦੀ ਦਿਹਾੜੀ 300 ਰੁਪਏ ਜੀ, ਟ੍ਰੇਨੀ ਪਟਵਾਰੀ ਦੀ ਦਿਹਾੜੀ 167 ਰੁਪਏ। ਸਾਡੀ ਇੱਕ ਭੈਣ ਆਈ ਇੱਥੋਂ ਸੰਗਰੂਰ ਤੋਂ, ਉਹਨਾਂ ਦੀ ਡੈਥ ਹੋ ਗਈ ਡਿਪਰੈਸ਼ਨ ਦੇ ਕਾਰਨ। ਉਹ ਵਿਚਾਰੀ ਨਵਾਂ ਸ਼ਹਿਰ ਦੇ ਵਿੱਚ ਟ੍ਰੇਨਿੰਗ ਕਰ ਰਹੀ ਸੀ 5000 ਦੇ ਉੱਤੇ। ਉਹਦਾ ਮਾਂ ਪਿਓ ਘਰ ਦੇ ਵਿੱਚ ਇਕੱਲੀ ਕਮਾਉਣ ਵਾਲੀ ਸੀ, ਹੈਂਡੀਕੈਪਟ ਕੁੜੀ ਸੀ ਜੀ ਉਹ। ਮਾਂ ਪਿਓ ਬਾਰ-ਬਾਰ ਕਹਿੰਦਾ ਸੀ ਪੁੱਤ ਹੋਰ ਨੌਕਰੀ ਜੁਆਇਨ ਕਰ ਲਾ। ਉਹ ਨਾ ਕੋਈ ਤਿਆਰੀ ਕਰ ਪਾਉਂਦੀ ਸੀ ਕਿਉਂਕਿ ਪਟਵਾਰ ਦਾ ਕੰਮ ਇੰਨਾ ਹੀ, ਬੰਦਾ ਹੋਰ ਤਿਆਰੀ ਪੇਪਰ ਦੀ ਕਰ ਨਹੀਂ ਪਾਉਂਦਾ, ਤਾਂ ਉਹ ਇੰਨਾ ਡਿਪਰੈਸ਼ਨ ਲੈ ਗਈ ਜੀ, ਉਹਦੀ ਡੈਥ ਹੋ ਗਈ ਜੀ। ਹੁਣ ਸਾਨੂੰ ਮਾਨ ਸਾਹਿਬ ਦੱਸੇ ਵੀ ਕੀ ਉਹਦਾ ਸਾਰਾ ਬਣਦਾ ਬਕਾਇਆ ਦੇਣਗੇ ਜੀ ਇਹ? ਮਾਨ ਸਾਹਿਬ ਨੂੰ ਸਵਾਲ ਆਈ ਸਾਡਾ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਵੀ ਪਲੀਜ਼ ਬੇਨਤੀ ਆ, ਜਿਹੜੀ 5000 ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਸਰ ਕੋਈ ਗੁਜ਼ਾਰਾ ਨਹੀਂ ਹੁੰਦਾ ਹੈਗਾ। ਤੁਸੀਂ ਵੀ ਖੁਦ ਸਿਆਣੇ ਹੋ ਜੀ, 5000 ਦੇ ਰੁਪਏ ਦੇ ਵਿੱਚ 167 ਰੁਪਏ ਦਿਹਾੜੀ ਬਣਦੀ ਆ, ਜਿਹਦੇ ਵਿੱਚ ਕੋਈ ਨਹੀਂ ਕੁਝ ਕਰ ਸਕਦਾ। ਮਾਨ ਸਾਹਿਬ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਸਾਡੇ ਬਾਰੇ ਸੋਚੋ ਜੀ। ਸਾਡਾ ਜਿਹੜਾ ਟ੍ਰੇਨਿੰਗ ਦਾ ਪੀਰੀਅਡ ਆ ਉਹ ਪ੍ਰੋਬੇਸ਼ਨ ਦੇ ਵਿੱਚ ਐਡ ਕਰੋ। ਹੁਣ ਸਾਡੀ ਟ੍ਰੇਨਿੰਗ 4.5 ਸਾਲ ਆਈ, ਬਾਕੀ ਮਹਿਕਮੇ ਦੀ ਟ੍ਰੇਨਿੰਗ ਹੈਗੀ 3 ਸਾਲ ਹੀ। ਬਾਅਦ 'ਚ ਪਰਖ ਕਾਲ ਸ਼ੁਰੂ ਹੋ ਜਾਂਦਾ। ਸ਼ੁਰੂ ਹੋ ਜਾਂਦੇ 3 ਸਾਲ ਹੀ। ਤੇ ਇਸ ਕਰਕੇ ਜਿਹੜਾ ਸਾਡੇ ਨਾਲ ਦੇ ਸਿਪਾਹੀ ਨੇ ਜੀ, ਤੇ ਡਾਕਟਰ ਨੇ, ਟੀਚਰ ਨੇ, ਸਾਡੇ ਨਾਲ ਮੁੰਡੇ ਭਰਤੀ ਹੋਏ ਨੇ ਸਾਡੇ ਦੋਸਤ, ਉਹਨਾਂ ਦੀ ਬੇਸਿਕ ਪੇ 19900 ਪਹਿਲੇ ਦਿਨ ਤੋਂ। ਸਾਡੀ 5000 ਜੀ, ਇਹ ਕਿੱਥੇ ਲਿਖਿਆ ਜੀ? ਵਿਤਕਰਾ ਕਿਉਂ ਕਰ ਰਹੇ ਪਟਵਾਰੀਆਂ ਨਾਲ? ਉਹਨਾਂ ਨੂੰ ਤੁਹਾਡੀ ਤਨਖਾਹ ਕੋਈ 50000 ਦੇ ਨੇੜੇ ਹੋਣੀ ਹੈ, ਉਹਨਾਂ ਦੀ 70 75 80 ਤੱਕ ਚਲੀ ਜਾਣੀ ਹੈ, ਕਿਉਂਕਿ ਉਹ ਸੀਨੀਅਰਟੀ 'ਚ ਆ ਜਾਂਦੀਆਂ ਚੀਜ਼ਾਂ। ਮੁੰਡੇ ਛੱਡ ਕੇ ਵੀ ਗਏ ਆ ਕਹਿੰਦੇ, ਜਿੰਨੇ ਮੁੰਡਿਆਂ ਨੇ ਭਰਤੀ ਹੋਏ ਸੀ, ਮੁੰਡੇ ਕੁੜੀਆਂ ਮਤਲਬ ਮੁੰਡੇ, ਚਲੋ ਮੈਂ ਗੱਲ ਇਹ ਆ ਵੀ 1227 ਪਟਵਾਰੀ ਭਰਤੀ ਕਰੇ ਸੀਗੇ 2016 ਦੇ ਵਿੱਚ। ਉਹ ਜੋ 450 ਬੰਦਾ ਨੌਕਰੀ ਛੱਡ ਗਿਆ, 450 ਪਟਵਾਰੀ ਨੌਕਰੀ ਛੱਡ ਗਿਆ 2016 ਦੇ ਵਿੱਚ। ਉਦੋਂ ਇੰਨਾ ਕਰੇਜ ਨਹੀਂ ਸੀ ਬਾਹਰ ਜਾਣ ਦਾ। ਹੁਣ ਇਹਨਾਂ ਨੂੰ 1090 ਭਰਤੀ ਕੀਤੇ ਨੇ, ਰੋਲ ਨੰਬਰ ਇਸ਼ੂ ਹੋ ਰਹੇ ਨੇ 740 ਬੰਦਿਆਂ ਨੂੰ। ਇੰਨੇ ਬੰਦੇ ਇਹਨਾਂ ਦੇ ਛੱਡ ਗਏ। ਕਾਰਨ ਕੀ ਆ? ਸਰਕਾਰ ਦੀਆਂ ਮਾੜੀਆਂ ਨੀਤੀਆਂ। ਉਹੀ ਗੱਲ ਵੀ ਜੇ ਕੋਈ ਬਦਲਾਅ ਲਿਆਉਣਾ ਹੀ ਨਹੀਂ ਹੈਗਾ ਫਿਰ ਆਪਾਂ ਅਨਾਉਂਸ ਹੀ ਨਾ ਕਰੋ ਜੀ। ਜੇ ਆਪਾਂ ਨਹੀਂ ਕਰ ਸਕਦੇ, ਹੁਣ ਸੀਐਮ ਸਾਹਿਬ ਨੇ ਇਹ ਵੀ ਅਨਾਉਂਸ ਕੀਤਾ ਕਿ ਮੈਂ ਸਾਰਾ ਮੁਆਵਜ਼ਾ ਦਊਂਗਾ, ਗਦਾਵਰੀ ਕਰ ਦਿਓ। ਗਦਾਵਰੀ ਤਾਂ ਫਸਲ ਦੀ ਹੁੰਦੀ ਆ। ਜਿਹੜੇ ਪਹਿਲਾਂ ਮੁਆਵਜ਼ਾ ਦੇਵਾਂਗੇ, ਬਾਅਦ 'ਚ ਜਿਹੜੇ ਜ਼ਿਮੀਂਦਾਰ ਦਾ ਘਰ ਵੀ ਹੜ ਗਿਆ, ਉਹਦੇ ਪਸ਼ੂ ਵੀ ਹੜ ਗਏ, ਉਹਨਾਂ ਦੇ ਘਰ ਦਾ ਜੀ ਚਲਿਆ ਗਿਆ, ਉਹਨਾਂ ਦੀ ਜ਼ਮੀਨ 'ਚ ਪਾੜ ਪੈ ਗਿਆ ਔਰ ਸਮਰਸੀਬਲ ਬੋਰ ਖੜ ਗਿਆ, ਉਹਦਾ ਕੀ ਮੁਆਵਜ਼ਾ ਦੇ ਦੇਣਗੇ ਜੀ? ਉਹਦਾ ਕੀ ਮੁਆਵਜ਼ਾ ਦੇਣਗੇ? 15000 ਰੁਪਏ ਏਕੜ ਜੀ। ਉਹਦੇ ਨਾਲ ਫਿਰ ਉਹਦਾ ਬੋਰ ਠੀਕ ਹੋ ਜਾਊਗਾ? ਇਹ ਮਸਲੇ ਨੇ ਕਿ ਥੱਲੋਂ ਕੋਈ ਪਾਲਿਸੀ ਤਾਂ ਬਣਾਓ ਨਾ ਪਹਿਲਾਂ ਕੋਈ। ਇਹ ਤਾਂ ਕੁਦਰਤੀ ਆਫਤ ਆਈ ਆ। ਸਾਨੂੰ ਕਹਿੰਦੇ ਵੀ 15 ਅਗਸਤ ਤੱਕ ਤੁਸੀਂ ਗਦਾਵਰੀ ਕਰ ਦਿਓ। ਆਹ ਦੇਖੋ ਜੀ, ਹੁਣ ਦੁਬਾਰੇ ਫਲੱਡ ਆ ਗਿਆ। ਅਸੀਂ ਕਿਹਾ ਵੀ 30 ਸਤੰਬਰ ਤੱਕ ਖਤਰਾ ਬਣਿਆ ਹੋਇਆ ਪੰਜਾਬ ਦੇ ਉੱਪਰ, ਜੋ ਇਸ ਵਾਰ ਬੇਮੌਸਮੀ ਬਾਰਿਸ਼ਾਂ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ। ਜੇ ਵੀ ਦੁਬਾਰੇ ਪਾਣੀ ਆ ਗਿਆ ਫਿਰ ਅਸੀਂ ਦੁਬਾਰੇ ਗਦਾਵਰੀ ਕਰਾਂਗੇ। ਔਰ ਤੁਸੀਂ 10% ਸਟਾਫ ਨੂੰ ਕਹਿੰਦੇ ਵੀ ਤੁਸੀਂ 100% ਕੰਮ ਕਰੋ। ਅੱਜ ਜਿੱਥੇ ਹੜ੍ਹ ਆਇਆ ਫਲੱਡ ਪ੍ਰਭਾਵਿਤ ਏਰੀਆ ਅੱਜ ਦੇ ਪੌਂਗ ਡੈਮ ਵਾਲਾ, ਉੱਥੇ 10% ਸਟਾਫ ਆ ਜੀ, ਸਿਰਫ 10% ਪਟਵਾਰੀ ਕੰਮ ਕਰ ਰਹੇ ਨੇ ਉੱਥੇ। ਦਿਨ ਰਾਤ ਅੱਜ ਧਰਨੇ 'ਚ ਸ਼ਾਮਲ ਹੋਏ ਨੇ। 4 ਵਜੇ ਡਿਊਟੀ ਕਰਕੇ ਆਪਦੀ ਰਾਤ ਨੂੰ ਸਵੇਰੇ 4 ਵਜੇ ਘਰੇ ਆਏ ਨੇ, ਫਿਰ ਉਰੂਮਤ ਧਰਨੇ 'ਚ ਆਏ ਨੇ। ਇਹ ਹਾਲਾਤ ਬਣੇ ਮੇਰੇ ਨਾਲ ਹੋਰ ਯੂਨੀਅਨ ਦੇ ਨੁਮਾਇੰਦੇ ਆ ਇਸ ਯੂਨੀਅਨ 'ਚੋਂ। ਹਾਂਜੀ, ਤੇ ਰੰਗਲੇ ਪੰਜਾਬ 'ਚ ਤਾਂ ਧਰਨੇ ਲੱਗਣੇ ਨਹੀਂ ਸੀਗੇ। ਵੈਸੇ
ਮੈਂ ਤਾਂ ਬਿਆਨ ਹੀ ਜਿਵੇਂ ਤੁਸੀਂ ਬਿਆਨ ਕਰਿਆ, ਮੈਂ ਵੀ ਇੱਕ ਬਿਆਨ ਸੁਣਿਆ ਸੀ, ਕਹਿੰਦੇ ਰੰਗਲੇ ਪੰਜਾਬ 'ਚ ਧਰਨੇ ਨਹੀਂ ਲੱਗਣੇ। ਇਹਨੇ ਤਾਂ ਰੰਗਲੇ ਪੰਜਾਬ ਨੂੰ ਮੈਨੂੰ ਲੱਗਦਾ ਗੰਧਲਾ ਪੰਜਾਬ ਬਣਾਤਾ। ਅਸੀਂ ਤਾਂ ਪਹਿਲਾਂ ਹਿਸਟਰੀ ਸੁਣਿਆ ਕਰਦੇ ਸੀ ਵੀ ਸਾਡੇ ਪੰਜਾਬ ਤੇ ਅਹਿਮਦ ਸ਼ਾਹ ਅਬਦਾਲੀ ਨੇ ਕਬਜ਼ਾ ਕਰ ਲਿਆ ਆ ਕੇ, ਉਹ ਸਾਡਾ ਖੂਨ ਖੋਲਦਾ ਸੀ ਵੀ ਹੁਣ ਕਰਕੇ ਦਿਖਾਵੇ, ਪਰ ਅਸੀਂ ਨੇ ਆਪਦੇ ਹੱਥੀਂ ਫੇਰ ਕੰਡੇ ਬੀਜ ਲਏ, ਸਾਡਾ ਪੰਜਾਬ ਫੇਰ ਗੁਲਾਮ ਕਰਤਾ। ਸਾਡਾ ਸਾਰਾ ਪੈਸਾ ਤਾਂ ਇਹ ਐਡਵਰਟਾਈਜ਼ਮੈਂਟ 'ਚ ਕਦੇ ਗੁਜਰਾਤ ਲੈ ਜਾਂਦਾ, ਕਦੇ ਸਾਡਾ ਹੈਲੀਕਾਪਟਰ ਦਿੱਲੀ ਵਾਲੇ ਖਿੱਚੀ ਫਿਰਦੇ ਨੇ, ਤੇ ਸਾਡੇ ਤੇ ਬੱਚਿਆਂ ਦੀ ਜਿਹੜੀ ਸੁਣਵਾਈ ਨਹੀਂ, ਕਿਉਂਕਿ ਹੁਣ ਜਿਹੜੀ ਭਰਤੀ ਹੋਈ ਹੈ ਇਹਦੇ ਵਿੱਚ ਇੱਕ SC OBC ਇਹੋ ਜਿਹੇ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਰੋਟੀ ਤੋਂ ਮੁਹਤਾਜ ਨੇ। ਅੱਜ ਉਹਨਾਂ ਦੀ ਪੋਸਟਾਂ ਕਰਤੀ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਜਾਂ ਹੁਸ਼ਿਆਰਪੁਰ ਕਰਤੀ, ਤਾਂ ਕਿਵੇਂ ਉਹ 5000 ਦੇ ਉੱਤੇ ਉਹ ਬੱਚਾ ਗਿਆ? ਸਾਲੋਂ ਬਦਲ ਕੇ ਵਾਪਸ ਕਦੋਂ ਆ ਸਕਦੇ ਆਪਦੇ ਜ਼ਿਲ੍ਹੇ ਦੇ ਵਿੱਚ? ਉਹਨਾਂ ਦੀ ਬਦਲੀ ਦਾ ਉਹ 5 ਸਾਲ ਦਾ ਬੈਨ ਲਾਤਾ ਜੀ। ਅਸੀਂ ਕਿਹਾ ਸੀ ਬੈਨ ਲਾ ਦਿਓ, ਪਰ ਉਹਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਸਿਲੈਕਟ ਹੋਣਾ ਚਾਹੀਦਾ ਤਾਂ ਕਿ ਉਹ ਛੱਡ ਕੇ ਨਾ ਜਾਵੇ, ਜਿਵੇਂ ਡਾਕਟਰਾਂ ਤੇ ਬੈਨ ਲੱਗ ਜਾਂਦਾ, ਪਰ ਉਹ ਸਾਡੀ ਉਹ ਗੱਲ ਨੂੰ ਨਹੀਂ ਮੰਨਿਆ ਗਿਆ। ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਜਿਹੜਾ 710 ਭਰਤੀ ਕਰਨਾ ਹੈ, ਜਿਹੜੀ ਇਹਨਾਂ ਨੂੰ ਸਿਲੈਕਸ਼ਨ ਦੇਣੀ ਆ ਡਿਸਟ੍ਰਿਕਟ ਦੇ ਵਾਈਜ਼ ਹੀ ਦਿੱਤੀ ਜਾਵੇ ਤਾਂ ਕਿ ਆਪਣੇ ਘਰੇ ਆ ਜਾ ਸਕੇ, ਮਤਲਬ ਡੇਲੀ ਆਪਣਾ ਅਪ ਡਾਊਨ ਕਰ ਸਕੇ। ਔਰ ਇਹ ਸਟੈਫਨ ਵਾਲੀ ਬਿਮਾਰੀ ਮਤਲਬ ਇਕੱਲੇ ਸਾਡੇ ਮਹਿਕਮੇ ਦੇ ਉੱਤੇ ਕਿਉਂ ਲਾਗੂ ਆ, ਬਾਕੀ ਕਿਸੇ ਉਹਦੇ ਹੋਰ ਵਿੱਚ ਨੇ। ਹੁਣ ਇਹ ਪਲੀ ਲੈਣਗੇ ਸਾਡੇ ਜਿਹੜੇ ਅਫਸਰ ਨੇ ਵੀ ਹਾਈ ਕੋਰਟ ਨੇ ਡਿਸੀਜਨ ਕਰਤਾ, ਉਹ ਹਾਈ ਕੋਰਟ ਨੇ ਡਿਸੀਜਨ ਤੈਅ ਕੀਤਾ ਵੀ ਜਿਹੜਾ ਬੰਦਾ ਪਹਿਲਾਂ ਭਰਤੀ ਹੋ ਗਿਆ ਸਨਿਊਟੀ 'ਚ, ਉਹ ਕਾਮਨ ਸੈਂਸ ਆ ਵੀ ਅੱਗੇ ਲੱਗਣਾ ਚਾਹੀਦਾ। ਉਹਨਾਂ ਨੂੰ ਇਹ ਪਿੱਛੇ ਲਾਉਣ ਲੱਗੇ ਤੇ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਕਹਿਤਾ ਵੀ 1966 ਦੇ ਰੂਲਾਂ ਦੇ ਮੁਤਾਬਕ ਇਹ ਬੰਦੇ ਸੀਨੀਅਰ ਬਣਦੇ ਨੇ। ਦਲੀਲ ਉੱਥੇ ਪੰਜਾਬ ਦੇ ਵਕੀਲ ਹੁੰਦੇ ਆ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਦਲੀਲ ਦੇਣੀ ਸੀ, ਚੰਗੇ ਢੰਗ ਨਾਲ ਕੇਸ ਪੁੱਟ ਹੋਣਾ ਚਾਹੀਦਾ ਸੀ। ਕਰੇ ਹੀ ਨਹੀਂ ਕੋਈ, ਇਹ ਪਾਸੇ ਤਾਂ ਧਿਆਨ ਹੀ ਨਾ ਦਿੱਤਾ ਨਾ। ਹੁਣ ਜੇ ਅਸੀਂ ਹਾਈ ਕੋਰਟ ਵਾਲੀ ਗੱਲ ਤੇ ਵੀ ਆਉਂਦੇ ਹਾਂ, ਹੁਣ ਜੇ ਇਹਨੂੰ ਤੁਸੀਂ ਹਾਈ ਕੋਰਟ ਵਾਲੀ ਨੂੰ ਮੰਨਦੇ ਹੋ ਗੱਲ ਵੀ ਹਾਈ ਕੋਰਟ ਨੇ ਕਰਤਾ, ਕਰ ਦਿਓ 1.5 ਸਾਲ ਟ੍ਰੇਨਿੰਗ, 2 ਕਰ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਡਾ ਉਹ ਪੀਡ ਪ੍ਰਵੇਸ਼ਨ 'ਚ ਕਾਊਂਟ ਕਰ ਲਓ ਤੇ ਸਾਨੂੰ ਫੁੱਲ ਪੇ ਦੇ ਦਿਓ। ਇੱਕ ਸਾਡਾ ਹੋਰ ਕੇਸ ਹਾਈ ਕੋਰਟ ਤੋਂ ਹੋਇਆ ਹੁਣੇ 3 ਅਗਸਤ ਨੂੰ, ਕਿਉਂਕਿ 186 ਤੋਂ ਲੈ ਕੇ 31/12/95 ਤੱਕ ਜਿੰਨੇ ਪਟਵਾਰੀ ਸੀ ਉਹਨਾਂ ਨੂੰ 2 ਸਕੇਲਾਂ 'ਚ ਵੰਡਤਾ ਵੀ ਤੁਹਾਨੂੰ 950 1800 ਮਿਲਣੀ ਹੈ, ਇਹਨੂੰ 1365 2410 ਮਿਲਣੀ ਹੈ। ਇਹ ਕਿੱਧਰ ਦਾ ਨਿਆਂ? ਜਦੋਂ ਕਿ ਭਾਰਤੀ ਸੰਵਿਧਾਨ ਦਾ ਆਰਟੀਕਲ 14 ਇਹ ਕਹਿੰਦਾ ਵੀ ਮਨੁੱਖੀ ਅਧਿਕਾਰਾਂ ਦੀ ਲੰਘਣਾ। ਜੇ ਦੋਵੇਂ ਬੰਦੇ ਦਿਹਾੜੀਦਾਰ ਇੱਕੋ ਜਿਹਾ ਹੀ ਕੰਮ ਕਰਦੇ ਨੇ, ਇਹ ਬਰਾਬਰ ਕੰਮ ਕਰ ਰਹੇ ਨੇ, ਉਹਨਾਂ ਦਾ ਕਿਵੇਂ ਫਰਕ ਹੋ ਸਕਦਾ? ਸਾਡੇ ਕੋਲ ਇਹੋ ਜਿਹੇ ਵੀ ਕੇਸ ਨੇ, ਇੱਕ ਪਰਿਵਾਰ 'ਚੋਂ 2 ਬੰਦੇ ਭਰਤੀ ਹੋ ਗਏ, ਇੱਕ ਨੂੰ 950 1800 ਨਾਲ ਹੁਣ ਤੱਕ ਤਨਖਾਹ ਮਿਲ ਰਹੀ ਹੈ, ਇੱਕ ਨੂੰ 1365 2410 ਨਾਲ ਮਿਲ ਰਹੀ ਹੈ। ਇਹ ਹਾਈ ਕੋਰਟ ਨੇ ਡਿਸੀਜਨ ਦਿੱਤਾ ਵੀ ਮਨੁੱਖੀ ਅਧਿਕਾਰਾਂ ਦੀ ਲੰਘਣਾ। ਅਸੀਂ ਕਹਿੰਦੇ ਵੀ ਉਹ ਹਾਈ ਕੋਰਟ ਦਾ ਫੈਸਲਾ 4 ਜ਼ਿਲ੍ਹਿਆਂ ਦੇ ਵਾਸਤੇ ਕੀਤਾ, ਉਹਨੂੰ ਸਾਰੇ ਪੰਜਾਬ ਤੇ ਲਾਗੂ ਕਰੋ। ਜੇ ਇਹਨਾਂ ਵਾਲੇ 'ਚ ਕਹਿੰਦਾ ਵੀ ਹਾਈ ਕੋਰਟ ਨੇ 1.5 ਸਾਲ ਦੀ ਟ੍ਰੇਨਿੰਗ ਕੀਤੀ ਹੈ, ਕਰ ਦਿਓ, ਪਰ ਤਨਖਾਹ ਦੇਣਾ ਤੇ ਉਹਨੂੰ ਮਤਲਬ ਪ੍ਰਵੇਸ਼ਨ 'ਚ ਕਾਊਂਟ ਕਰਨਾ, ਇਹ ਤਾਂ ਇਹਨਾਂ ਦੇ ਹੱਥ ਦੀ ਗੱਲ ਹੈ ਨਾ। ਕਰ ਲੈਣ ਦੋਏ, ਉਹ ਹਾਈ ਕੋਰਟ ਵਾਲਾ ਡਿਸੀਜਨ ਉਹ ਵੀ ਲਾਗੂ ਕਰ ਦੇਣ ਤੇ ਇਹ ਕਰ ਲੈਣ। ਇੱਥੇ ਵੀ ਆਉਂਦੀ ਹੈ ਜੀ, ਇੱਕ 15/1/15 ਦਾ ਮੁਲਾਜ਼ਮ ਮਾਰੂ ਪੱਤਰ ਸੀਗਾ ਜੋ ਇਹ ਮਤਲਬ ਅਕਾਲੀ ਸਰਕਾਰ ਵੇਲੇ ਨਿਕਲਿਆ ਸੀ। ਕਹਿੰਦਾ ਵੀ ਮੈਂ ਪੁਰਾਣੇ ਫੈਸਲੇ ਬਦਲ ਰਿਹਾ। ਉਹਦੇ ਫੈਸਲੇ 'ਚ ਹੋਇਆ ਵੀ 15/1/15 'ਚ ਇੱਕ ਪੱਤਰ ਜਾਰੀ ਹੋ ਗਿਆ ਵੀ ਪਰਖ ਸਮੇਂ ਦੇ ਵਿੱਚ ਘੱਟ ਤਨਖਾਹ। ਉਹ ਕੇਸ ਪੰਜਾਬ ਸਰਕਾਰ ਹਾਰ ਗਈ। ਇਹ ਬਦਲਾਅ ਵਾਲੀ ਸਰਕਾਰ ਨੇ ਉਹਦੇ ਅਗੇਂਸਟ ਸੁਪਰੀਮ ਕੋਰਟ ਰਿਟ ਪਾਈ ਆ, ਔਰ ਉਹ ਕੇਸ ਆ ਜਿਹੜਾ ਕੋਰਟਾਂ 'ਚ ਲਾਗੂ ਹੋ ਗਿਆ। ਕੋਰਟਾਂ ਇੱਕ ਡੈਕਲੇਰੇਸ਼ਨ ਮੰਗਦੀਆਂ ਨੇ ਵੀ ਜੇ ਉਹ ਕੇਸ ਹਾਰ ਕੇ ਅਸੀਂ ਆਪਦਾ ਬਕਾਇਆ ਸਰੈਂਡਰ ਕਰਾਂਗੇ ਤਾਂ ਉਹਦਾ ਪੰਜਾਬ ਦੇ ਪਟਵਾਰੀਆਂ ਦੇ ਉੱਪਰ ਲਾਗੂ ਕਰ ਦਿਓ ਜੀ। ਸਾਡੇ ਤੇ ਕੋਰਟ ਦਾ ਇਹ ਫੈਸਲੇ, ਤੁਹਾਨੂੰ ਕੋਰਟ ਦੀ ਇੰਨੀ ਤੁਹਾਨੂੰ ਮਾਣ ਸਨਮਾਨ ਆ ਕੋਰਟ ਦਾ। ਇਹ ਆਪ ਕਹਿੰਦੇ ਹੋ CM ਸਾਹਿਬ ਵੀ ਸਰਕਾਰੀ ਵਕੀਲ ਕਾਹਦੇ ਵਾਸਤੇ ਹੁੰਦੇ ਨੇ? ਉਹ ਤਾਂ ਹਾਰਨ ਵਾਸਤੇ ਹੁੰਦੇ ਨੇ। ਫਿਰ ਤੁਹਾਡੇ ਵੇਲੇ ਵੀ ਤਾਂ ਹਾਰੇ ਰਹੇ ਨੇ ਕੇਸ, ਉਹ ਹੁਣ ਜਿੱਤ ਤਾਂ ਰਹੇ ਨੇਗੇ। ਉਹ ਧੂਰੀ 'ਚ ਧਰਨੇ ਲਾਉਣੇ ਵੈਸੇ ਔਖੇ ਤਾਂ ਬਹੁਤ ਹੁੰਦੇ ਆ, ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਆ ਕੇ ਧਰਨਾ ਲਾਉਣਾ। ਦੇਖੋ ਜੀ, ਦਬਾਅ ਤਾਂ ਪੈਂਦਾ ਹੀ ਆ। ਦੇਖੋ ਜੀ, ਦਬਾਅ ਬਿਲਕੁਲ ਪੈਂਦਾ, ਕਿਉਂਕਿ ਦਬਾਅ ਜਿਸ ਤਰੀਕੇ ਦਾ ਪਹਿਲਾਂ ਪੈਂਦਾ ਸੀ ਉਹਦੇ 'ਚ ਬਹੁਤ ਬਦਲਾਅ ਆ ਗਿਆ। ਪਹਿਲਾਂ ਦਬਾਅ ਹੋਰ ਤਰੀਕੇ ਦਾ ਪੈਂਦਾ ਸੀ। ਹੁਣ ਜਿਹੜਾ ਇਹਨਾਂ ਦੀ ਬਦਲਾਅ ਵੇਲੇ ਮਤਲਬ ਦਬਾਅ ਪੈਂਦਾ ਉਹ ਬੜਾ ਟੇਢੇ ਤਰੀਕੇ ਦਾ, ਉਹ ਹਰ ਬੰਦਾ ਝੱਲ ਵੀ ਨਹੀਂ ਸਕਦਾ ਹੈਗਾ। ਜਿਹੜਾ ਕਮਜ਼ੋਰ ਬੰਦਾ ਉਹ ਝੱਲ ਨਹੀਂ ਸਕਦਾ, ਜਿਹੜਾ ਇਹ ਦਬਾਅ ਪਾਉਂਦੇ ਨੇ। ਕਿਉਂਕਿ ਸਰਕਾਰ ਕੋਲੇ ਬਹੁਤ ਤੰਤਰ ਹੁੰਦਾ ਜੀ, ਜਿਵੇਂ ਇਹ ਪਿੱਟਦੇ ਨੇ ਵੀ ਜੀ ਮੋਦੀ ਸਾਹਿਬ ED ਰਾਹੀਂ ਐਂ ਕਰ ਲੈਂਦੇ ਨੇ, ਕਰਨ ਇਹਨਾਂ ਕੋਲ ਵਿਜੀਲੈਂਸ ਆ ਜੀ, ਤੋਤਾ ਸਰਕਾਰ ਦਾ। ਉਹਨੂੰ ਜਦੀ ਮਗਰ ਪਾਉਂਦੇ ਨੇ, ਇਹ ਬਹੁਤ ਕੁਝ ਕਰਦੇ ਨੇ। ਸਾਡੇ ਨਾਲ ਵੀ ਹੁੰਦਾ। ਸਾਡੇ ਹੁਣ ਅਸੀਂ ਨੇ ਮੁੱਖ ਮੰਤਰੀ ਸਾਹਿਬ ਦੇ ਘਰੇ ਜਾ ਕੇ ਦਫ਼ਤਰ ਦੇ ਵਿੱਚ ਅਸੀਂ ਇਹ ਗੱਲ ਕਮਿਟ ਕੀਤੀ ਆ, ਕਾਨੂੰਗੋ ਯੂਨੀਅਨ, ਪਟਵਾਰ ਯੂਨੀਅਨ ਤੇ ਤਹਿਸੀਲਦਾਰ ਯੂਨੀਅਨ, ਵੀ ਸਾਡੇ ਜੀ 3000 ਬੰਦਾ ਪ੍ਰਾਈਵੇਟ ਕੰਮ ਕਰ ਰਿਹਾ, ਸਰਕਾਰਾਂ ਨੇ ਭਰਤੀ ਨਹੀਂ ਕੀਤੀ। ਦੱਸੋ ਮਾਨ ਸਾਹਿਬ, ਕੰਮ ਬੰਦ ਕਰ ਦਿੰਦੇ ਆ। ਜੇ ਤੁਸੀਂ ਬੰਦੇ ਫੜਦੇ ਨੇ, ਕੇਸ ਬਣਾਉਣੇ, ਸਾਰੇ ਪਟਵਾਰੀਆਂ ਦੇ ਉੱਪਰ ਪਰਚਾ ਕਰ ਦਿਓ ਜੀ। ਅੱਜ ਹੁਣ ਮੋਹਾਲੀ ਇੱਕ ਜ਼ਿਲ੍ਹਾ ਵੀ ਨਹੀਂ ਸੀ ਕਿਸੇ ਟਾਈਮ, ਮੋਹਾਲੀ ਕੁਝ ਵੀ ਨਹੀਂ ਸੀ, ਖਰੜ ਤਹਿਸੀਲ ਦਾ ਹਿੱਸਾ ਸੀ। ਅੱਜ ਮੋਹਾਲੀ ਜ਼ਿਲ੍ਹਾ ਬਣ ਚੁੱਕਿਆ। ਖਰੜ ਦੇ ਵਿੱਚ 50-50 ਗਜ ਦੇ ਫਲੈਟ ਵਿਕ ਰਹੇ ਨੇ। ਉੱਥੇ ਕੰਮ ਇੰਨਾ ਬੰਦੇ ਕੋਲ ਵੀ ਬੰਦਾ ਮੂਹਰੇ ਬੰਦਿਆਂ ਦੀ ਗੱਲ ਨਹੀਂ ਸੁਣ ਸਕਦਾ ਜੀ। ਅਸੀਂ ਉਦਾਹਰਨਾਂ ਦਿੱਤੀਆਂ ਇਹਨਾਂ ਨੂੰ, ਪਰ 1.5 ਸਾਲ ਹੋ ਗਿਆ ਜੀ, ਬਸ ਉਹੀ ਇੱਧਰੋਂ ਪਾ ਕੇ ਇੱਧਰ ਦੀ ਕੱਢ ਦਿੰਦੇ ਨੇ। ਸਿਰਫ ਹੋ ਕੀ ਰਿਹਾ, ਲਾਈਵ ਹੋ ਕੇ ਮਨਪ੍ਰੀਤ ਨਾਲ ਗੱਲਾਂ, ਇਹ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਤਾਂ ਉਰੇ ਤਾਂ ਆਏ ਹਾਂ ਧੂਰੀ ਦੀ ਧਰਤੀ ਤੇ, ਵੀ ਇਹ ਉਹ ਧਰਤੀ ਆ, ਇੱਥੇ ਬਹੁਤ ਵੱਡੇ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਜੀ। ਸਰਦਾਰ ਭਗਤ ਸਿੰਘ ਢਟੋਗਲ, ਉਹਨਾਂ ਦੀ ਬਰਸੀ ਵੀ ਹੁੰਦੀ ਆ, ਉਹ ਬਰਸੀ 'ਤੇ ਵੀ ਨਹੀਂ ਆਏ ਹੈਗੇ। ਵੈਸੇ ਤਾਂ ਅੱਗੇ ਆਉਂਦੇ ਹੁੰਦੇ ਸੀ, ਇਸ ਵਾਰ ਨਹੀਂ ਆਏ ਹੈਗੇ।
ਅਸੀਂ ਇਹਨਾਂ ਨੂੰ ਯਾਦ ਕਰਾਉਣ ਵਾਸਤੇ ਆ ਵੀ ਉਹ ਧਰਤੀ ਆ ਜਿੱਥੇ ਤੁਸੀਂ ਪੰਗਾ ਲੈ ਰਹੇ ਹੋ। ਜੋ ਗੱਲ ਕਰੀ ਆ, ਜਿਹੜੀ ਗੱਲ ਜਵਾਨ, ਜੇ ਬੰਦੇ ਦੀ ਜਵਾਨ ਹੀ ਨਹੀਂ ਹੈਗੀ ਅੱਜ ਦੇ ਟਾਈਮ 'ਚ, ਮੈਂ ਤਾਂ ਸਿੱਧੀ ਗੱਲ ਕਰਦਾ ਹਾਂ, ਜੇ ਤੁਹਾਡੀ ਜਵਾਨ ਤੇ ਹੀ ਕੋਈ ਯਕੀਨ ਨਹੀਂ ਕਰੂਗਾ ਜੀ, ਇੱਕ ਮੁੱਖ ਮੰਤਰੀ ਮਤਲਬ ਮੁੱਕਰ ਰਿਹਾ ਦੇਖੋ ਆਪਣੀ ਗੱਲ ਤੋਂ, ਫਿਰ ਪਿੱਛੇ ਕੀ ਰਹਿ ਗਿਆ ਜੀ? ਫਿਰ ਕਿਵੇਂ ਬੰਦਾ ਪੰਜਾਬ ਰੰਗਲਾ ਕਿਵੇਂ ਬਣ ਜੂਗਾ ਰੰਗਲਾ ਜੀ? ਜੇ ਅੱਜ ਘਰ ਦਾ ਮੁਖੀ ਮੁੱਖ ਮੰਤਰੀ ਹੈ ਜਿਹਦੇ ਕੋਲ ਸਾਰੀ ਪਾਵਰ ਆ ਜੀ, ਜੇ ਕੋਈ ਰੂਲਾਂ 'ਚ ਕਮੀ ਰਹਿ ਗਈ ਉਹਨੂੰ ਦੁਬਾਰੇ ਕੈਬਨਿਟ 'ਚ ਲੈ ਜਾਣ, ਜੇ ਫੇਰ ਵੀ ਨਹੀਂ ਗੱਲ ਹੋਈ ਤਾਂ ਵਿਧਾਨ ਸਭਾ ਦੇ ਵਿੱਚ ਲੈ ਜਾਣ, ਸਾਰਾ ਕੁਛ ਇਹਨਾਂ ਕੋਲ ਹੱਲ ਆ। ਮੈਂ ਕਹਿੰਦਾ ਕੋਈ ਕਮੀ ਵੀ ਰਹਿ ਗਈ, ਚਲੋ ਨਹੀਂ ਹਜੇ ਇਹਨਾਂ ਦਾ ਕੋਲ ਇਹ ਵੀ ਕਹਿੰਦੇ ਨੇ ਸਾਡੇ ਕੋਲ ਵੀ ਤਜਰਬਾ ਨਹੀਂ ਹੈਗਾ, ਤੁਸੀਂ ਤਜਰਬੇ ਵਾਲਿਆਂ ਤੋਂ ਕੀ ਲੈਣਾ? ਅਸੀਂ ਕਹਿੰਦੇ ਤੁਹਾਡੇ ਕੋਲ ਨਹੀਂ ਤਜਰਬਾ ਹੈਗਾ, ਕਿਤੋਂ ਪੁੱਛ ਲਓ ਜੀ। 1 ਮੈਨ ਆਰਮੀ ਚੱਲ ਰਹੀ ਹੈ ਜੀ। ਜੋ ਸਾਡੇ ਮਾਲ ਮੰਤਰੀ ਦਾ ਹਾਲ ਹੋਇਆ ਤੁਸੀਂ ਦੇਖਿਆ ਮੀਡੀਆ 'ਚ, ਦੇਖੋ ਕੁਦਰਤੀ ਆਫਤਾਂ ਪ੍ਰਬੰਧਨ ਦਾ ਮੰਤਰੀ ਹੋਵੇ ਔਰ ਕੁਦਰਤੀ ਆਫਤ ਆਈ ਹੋਵੇ ਔਰ ਉਹਦੀ ਇੰਨੀ ਜਲਾਲਤ ਹੋ ਜਾਵੇ, ਉਹ ਕਿਵੇਂ ਆਪਣੇ ਅਫਸਰਾਂ ਨੂੰ ਮੋਟੀਵੇਟ ਕਰ ਦੂਗਾ ਜੀ? ਉਹ ਇੰਨੀ ਗੱਲ ਕਹਿਣ ਪਿੱਛੇ ਵੀ ਆਪਾਂ ਅੱਗੇ ਜਾਣਾ। ਮਤਲਬ ਇਹ ਗੱਲ ਆ ਵੀ ਪ੍ਰਮਾਤਮਾ ਤੋਂ ਡਰੋ। ਇਹ ਜਿਹੜੀ ਪਟਵਾਰ ਜਮਾਤ ਆ ਇਹ ਬਾਬੇ ਨਾਨਕ ਦੀ ਆ। ਬਾਬਾ ਨਾਨਕ ਪਟਵਾਰੀਆਂ ਦੇ ਘਰੇ ਜੰਮਿਆ, ਉਹਦਾ ਵਿਚੋਲਾ ਵੀ ਪਟਵਾਰੀ ਸੀ, ਉਹਦਾ ਸਹੁਰਾ ਸਾਹਿਬ ਵੀ ਪਟਵਾਰੀ ਸੀ। ਸਾਡੇ ਤੇ ਗੁਰੂ ਨਾਨਕ ਦੀ ਬਹੁਤ ਮਿਹਰ ਆ। ਗੁਰੂ ਗ੍ਰੰਥ ਸਾਹਿਬ 'ਚ ਜਿਗਰਾ ਪਟਵਾਰੀ ਦਾ। ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬਹੁਤ ਵੱਡੇ ਵੱਡੇ ਮਹਿਲਾਂ ਵਾਲੇ ਚਲੇ ਗਏ, ਜਿਹਨੇ ਇਹਦੇ ਨਾਲ ਪੰਗਾ ਲਿਆ ਉਹ ਦੁਬਾਰੇ ਬੰਦਾ ਜਿੱਤਿਆ ਨਹੀਂ ਹੈਗਾ ਜੀ। ਸੇਵਾ ਸਿੰਘ ਸੇਖਵਾਂ ਮਾਲ ਮੰਤਰੀ ਨੇ ਪੰਗਾ ਲਿਆ ਸੀ, ਮੁੜ ਕੇ ਸੇਵਾ ਸਿੰਘ ਸੇਖਵਾਂ ਐਮਐਲਏ ਨਹੀਂ ਬਣੇ। ਆਈ ਰੈਲੀ ਕੀਤੀ ਸੀ ਉਹਦੇ ਪਿੰਡ ਦੇ ਵੀ, ਉਹ ਕਹਿੰਦਾ ਮੈਂ ਮੇਰੇ ਪਿੰਡ ਰੈਲੀ ਕਰਨੀ ਦਾ, ਪਟਵਾਰ ਜਮਾਤ ਨੇ ਕਰੀ ਸੀ। ਉਹਨਾਂ ਦੇ ਫਰਜ਼ੰਦ ਨੂੰ ਵੀ ਐਤਕੀ ਜਿੱਤ ਨਸੀਬ ਨਹੀਂ ਹੋਈ, ਸਾਰੇ ਪੰਜਾਬ 'ਚ 92 ਬੰਦੇ ਜਿੱਤ ਗਏ। ਇਹ ਉਹ ਪਟਵਾਰ ਜਮਾਤ ਆ। ਅਸੀਂ ਹੱਕਾਂ ਵਾਸਤੇ ਲੜਨਾ, ਹੱਕਾਂ ਦੀ ਖਾਤਰ, ਅਨਿਆਂ ਦੇ ਖਿਲਾਫ। ਇਹ ਬਿਲਕੁਲ ਅਨਿਆਂ ਜੀ। ਅੱਜ 167 ਰੁਪਏ ਦਿਹਾੜੀ, ਤੁਸੀਂ ਆਪ ਦੱਸ ਦਿਓ। ਮੇਰਾ ਆਖਰੀ ਸਵਾਲ ਆ, ਅੱਜ ਮੈਂ ਵੀ ਦੇਖਿਆ ਇੱਥੇ ਤੁਹਾਡੀ ਸਾਰੀ ਰੈਲੀ ਦੇ ਵਿੱਚ ਵੀ ਅਧਿਕਾਰੀ ਆਉਂਦੇ ਆ, ਉਹ ਕਹਿੰਦੇ ਵੀ ਮੀਟਿੰਗ ਤੁਹਾਡੀ ਕਰਾ ਦਾਂਗੇ, ਠੀਕ ਹੈ। ਹੁਣ ਅਗਾਂਹ ਤੁਹਾਡੇ ਐਕਸ਼ਨ ਕੀ ਆ ਗਏ? ਮੰਨ ਲਓ ਮੀਟਿੰਗ ਆ ਤੁਹਾਡੀ, ਉਹ 'ਚ ਸਿੱਟਾ ਨਹੀਂ ਨਿਕਲਦਾ, ਫੇਰ ਹੱਲ ਕੀ ਹੈ ਤੁਹਾਡਾ? ਦੇਖੋ ਜੀ ਹੱਲ ਸਾਡੇ ਕੋਲ ਸਾਰੇ ਨੇ। ਅਸੀਂ ਹੁਣ ਕੀ ਆ ਵੀ ਸਾਡਾ ਇੱਕ ਕਿਉਂਕਿ ਐਕਸ਼ਨ ਸੀਗਾ, ਅਸੀਂ ਉਰੇ ਕੀਤਾ, ਸਿਰਫ ਅਸੀਂ 8 ਜ਼ਿਲ੍ਹੇ ਬੁਲਾਏ ਨੇ ਉਰੇ। ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੁਦਰਤੀ ਆਫਤ ਆਈ ਹੋਈ, ਅਸੀਂ ਉਹ ਜ਼ਿਲ੍ਹੇ ਬਿਲਕੁਲ ਨਹੀਂ ਬੁਲਾਏ, ਉਹ ਕੰਮ ਕਰ ਰਹੇ ਨੇ। ਔਰ ਅਸੀਂ ਵੀ ਅੱਜ ਜਾ ਕੇ ਜਿਹੜੇ ਜਿੱਥੇ ਕਿਤੇ ਫਲੱਡ ਦੀ ਪ੍ਰੋਬਲਮ ਅਸੀਂ ਉਹ ਕਰ ਰਹੇ ਹਾਂ, ਕਿਉਂਕਿ ਸਾਡਾ ਕੰਮ ਆ, ਸਾਡੇ ਕਿਸਾਨ ਵੀਰ ਨੇ। ਅਸੀਂ ਹੁਣ ਅਗਲਾ ਜਿਹੜੀ ਸਾਡੀ ਰਣਨੀਤੀ ਆ, ਮੀਟਿੰਗਾਂ ਦੇ ਉੱਪਰ ਸਾਨੂੰ ਜ਼ਿਆਦਾ ਕੋਈ ਬਾਹਲਾ ਭਰੋਸਾ ਨਹੀਂ ਹੈਗਾ। ਅਸੀਂ ਤਿਆਰੀ ਕਰਕੇ ਬਿਲਕੁਲ ਜਾਵਾਂਗੇ, ਕਿਉਂਕਿ ਮਸਲਾ ਟੇਬਲ ਟਾਕ ਦੀ ਹੱਲ ਹੋਣਾ। ਅਸੀਂ ਹੁਣ 8 ਸਤੰਬਰ ਦਾ ਧਰਨਾ ਰੱਖਤਾ ਜੀ ਜ਼ਿਲ੍ਹਿਆਂ ਦੇ ਵਿੱਚ। ਉਹਦੇ 'ਚ ਅਸੀਂ ਕਿਸਾਨਾਂ ਨੂੰ ਵੀ ਬੁਲਾਵਾਂਗੇ, ਬੇਰੁਜ਼ਗਾਰਾਂ ਨੂੰ ਬੁਲਾਵਾਂਗੇ। ਸਾਰੀ ਗੱਲ ਉੱਥੋਂ ਸ਼ੁਰੂ ਕਰਕੇ ਦੁਬਾਰੇ ਇੱਕ ਰੈਲੀ ਹੋਰ ਇਸੇ ਮੁਕਾਮ 'ਤੇ ਹੋ ਪੂਰੇ ਪੰਜਾਬ ਦੀ। ਉਦੋਂ ਪੂਰੇ ਪੰਜਾਬ 'ਚ ਪੈਨ ਡਾਊਨ ਵੀ ਹੋ ਸਕਦੀ ਆ, ਵਾਧੂ ਹਲਕਿਆਂ ਦਾ ਕੰਮ ਵੀ ਬੰਦ ਹੋ ਸਕਦਾ। ਜਿਹੋ ਜਿਹਾ ਇਹ ਮਤਲਬ ਮੀਟਿੰਗ ਦੇ ਵਿੱਚ ਮਿੱਠਾ ਪਾਊਗਾ ਉਹ ਜਿਹਾ ਅਸੀਂ ਇਨਾਮ ਦੇ ਦੇਣਾ ਜੀ। ਕਿਉਂਕਿ ਸਾਡੇ ਕੋਲ ਇਹ ਆ ਵੀ ਇਹਨੇ ਸਾਰਾ ਜ਼ੋਰ ਲਾ ਕੇ ਦੇਖ ਲਿਆ ਪਟਵਾਰ ਨੂੰ ਖਤਮ ਕਰਨ ਵਾਸਤੇ। ਇਹ ਜ਼ੋਰ ਅਕਾਲੀ ਸਰਕਾਰ ਤੋਂ ਲੱਗਿਆ ਆ ਰਿਹਾ, ਕਹਿੰਦੇ ਕੰਪਿਊਟਰ ਆ ਗਏ, ਪਟਵਾਰੀ ਦੀ ਲੋੜ ਨਹੀਂ, ਫਰਦ ਕੇਂਦਰ ਆ ਗਏ, ਪਟਵਾਰੀ ਦੀ ਲੋੜ ਨਹੀਂ। ਪਰ ਕੁਦਰਤੀ ਆਫਤ ਨੇ ਦੱਸਤਾ ਨਾ ਵੀ ਪਟਵਾਰੀ ਗੋਦਾਵਰੀ ਕਰਦਾ। ਕੁਦਰਤ ਕਰੋਨਾ ਵੇਲੇ ਦੱਸਤਾ ਵੀ ਸਰਕਾਰੀ ਤੰਤਰ ਹੈਗਾ ਕੁਛ, ਪ੍ਰਾਈਵੇਟ ਸੈਕਟਰ ਜੋ ਮਰਜ਼ੀ ਸਰਕਾਰੀ ਦੀ ਰੀਸ ਨਹੀਂ ਕਰ ਸਕਦਾ ਹੈਗਾ। ਨਹੀਂ, ਪਰ ਇੱਕ ਪਾਸੇ ਤਾਂ ਸਰਕਾਰਾਂ ਸਾਰੀਆਂ ਹੀ ਤੁਰੀਆਂ ਵੀ ਆ ਵੀ ਇੱਕ ਕੰਪਨੀ ਆ, ਜਿਵੇਂ ਪੰਜਾਬ 'ਚ ਵੀ ਇੱਕ ਕੰਪਨੀ ਮਸ਼ਹੂਰ ਆ ਵੀ ਕੰਮ ਜਾ ਉਹਨੂੰ ਸਮਾ ਦਿਓ, ਪਟਵਾਰੀਆਂ ਦੀ ਛੁੱਟੀ ਕਰ ਦਈਏ। ਕੰਪਨੀ ਸੀ ਪਹਿਲਾਂ ਜੀ, ਉਹ 'ਚ ਪਹਿਲਾਂ ਵਾਲੇ ਮਾਲ ਮੰਤਰੀ ਹਿੱਸਾ ਸੀ, ਫਿਰ ਗਾਹਾਂ ਵਾਲੇ ਦਾ ਪੈ ਗਿਆ, ਹੁਣ ਗਾਹਾਂ ਵਾਲੇ ਦਾ ਪੈ ਗਿਆ, ਹੁਣ ਮੈਨੂੰ ਮੁੱਖ ਮੰਤਰੀ ਨੇ ਪਾਲਿਆ ਕੰਪਨੀ। ਹੁਣ ਸਾਡੇ ਕੋਲ ਲੈਪਟਾਪ ਨੇ, ਅਸੀਂ ਆਪਦਾ ਕੰਮ ਆਪ ਕਰਦੇ ਹਾਂ। ਕੰਮ ਪਟਵਾਰੀ ਕਰ ਰਹੇ ਨੇ, ਫਾਇਦਾ ਕੰਪਨੀ ਲੈ ਰਹੀ ਆ। ਔਰ ਕੰਪਨੀ ਦਾ ਠੇਕਾ ਸਾਨੂੰ ਇਹ ਸੀ ਵੀ ਬਦਲਾਅ ਵਾਲੀ ਸਰਕਾਰ 'ਚ ਇਹ ਵਧਾਉਂਦੇ ਨਹੀਂ ਹੈਗੇ, ਪਰ ਸਾਨੂੰ ਹੁਣ ਪਤਾ ਲੱਗਿਆ ਟੇਢੇ ਪਿੰਗੇ ਤਰੀਕੇ ਨਾਲ ਵੀ ਇਹਨਾਂ ਨੇ ਫਿਰ ਉਹਨਾਂ ਨੂੰ ਹੋਰ ਵਧਾਤਾ ਜੀ। ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਇਸ ਕਰਕੇ ਐਸੇ ਨੇ ਵੀ ਅਸੀਂ 70 ਸਾਲ 'ਚ ਜੋ ਗਲਤ ਹੋਇਆ ਠੀਕ ਕਰਾਂਗੇ। ਮੈਨੂੰ ਇੱਕ ਗੱਲ ਦੱਸ ਦੇਣ ਵੀ ਜਿਹੜੀ 70 ਸਾਲ ਜਿਹਨੇ ਠੀਕ ਕੀਤੀ ਆ, ਮਨਪ੍ਰੀਤ ਬਾਦਲ ਨੇ ਮੁਲਾਜ਼ਮ ਮਾਰੂ ਨੀਤੀ ਲਿਆਂਦੀ ਵੀ ਸੈਂਟਰ ਸਕੇਲਾਂ ਦੇ ਭਰਤੀ, ਸੈਂਟਰ ਸਕੇਲਾਂ ਦੀ ਭਰਤੀ ਇਹਨਾਂ ਨੇ ਅਡਾਪਟ ਕਰ ਲਈ ਜੀ। ਕੋਈ ਕਿਸੇ ਗੱਲ ਤੋਂ ਪਿੱਛੇ ਹਟੇ ਨੇ। ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਬਣੇ ਨੇ, ਵਕੀਲ ਨੇ, ਉਹ ਵੀ ਇੱਥੋਂ ਦੇ ਨੇ, ਧੂਰੀ ਦੇ ਨੇ, ਉਹ ਵੀ ਉਹਨਾਂ ਦਾ ਪਿੰਡ ਚੀਮਾ ਧੂਰੀ 'ਚ ਪੈਂਦਾ। ਇੱਥੇ ਵਕਾਲਤ ਕੀਤੀ ਆ ਉਹਨਾਂ ਨੇ ਵੀ ਉਹ ਦੱਸਣ ਵੀ ਕਿਹੜੀ ਪਾਲਿਸੀ ਨਵੀਂ ਲਿਆਂਦੀ ਉਹਨਾਂ ਨੇ ਜੀ 1.5 ਸਾਲ 'ਚ, ਜਿਹਦੇ ਨਾਲ ਮਨਪ੍ਰੀਤ ਬਾਦਲ ਦੀ ਬਣਾਈ ਹੋਈ ਪਾਲਿਸੀ ਇਹਨਾਂ ਨੇ ਤੋੜਤੀ। ਲਾਗੂ ਤਾਂ ਉਹੀ ਕੁਛ ਕਰੀ ਜਾਂਦੇ ਨੇ, ਫਿਰ ਬਦਲਾਅ ਕਿੱਥੇ ਹੈ ਜੀ? ਕੱਲੀਆਂ ਪੱਗਾਂ ਦੇ ਰੰਗ ਬਦਲਣ ਨਾਲ ਬਦਲਾਅ ਆ ਗਿਆ। ਮਤਲਬ ਇਹ ਸਾਡੇ ਇੱਕ ਸਵਾਲ ਨੇ। ਅੱਜ ਕਿਸਾਨ ਮੁਲਾਜ਼ਮ ਬਿਲਕੁਲ ਇੱਕ ਆ, ਕਿਉਂਕਿ ਕਿਸਾਨੀ ਸੰਘਰਸ਼ ਨੇ ਸਾਨੂੰ ਚਾਹੇ ਕੁਝ ਨਹੀਂ ਮਿਲਿਆ ਪਰ ਸਾਨੂੰ ਬਹੁਤ ਕੁਝ ਸਿਖਾਇਆ। ਅਸੀਂ ਇਸ ਸੰਘਰਸ਼ ਦੇ ਵਿੱਚ, ਕਿਉਂਕਿ ਇਹ ਲੜਾਈ ਪੰਜਾਬ ਦੇ ਬੇਰੁਜ਼ਗਾਰਾਂ ਦੀ ਆ, ਨਾ ਕਿ ਪਟਵਾਰੀਆਂ ਦੀ ਲੜਾਈ ਅਸੀਂ ਲੜ ਰਹੇ ਹਾਂ। ਮੈਂ ਇੱਕ ਪਹਿਲੀ ਮੁਲਾਜ਼ਮਾਂ ਦੀ ਯੂਨੀਅਨ ਦੇਖੀ ਆ ਜਿਹੜੀ ਗਾਂਹ ਵਾਲੀਆਂ ਭਰਤੀਆਂ ਲਈ ਵੀ ਲੜਦੀ ਆ। ਮਾਫ ਕਰੋ, ਮੈਂ ਬਾਕੀਆਂ ਨੂੰ ਮਾੜਾ ਕਿਸੇ ਨੂੰ ਨਹੀਂ ਕਹਿੰਦਾ, ਸਾਰੇ ਆਪਦੇ ਹੱਕਾਂ ਲਈ ਲੜਦੇ ਆ, ਪਰ ਤੁਹਾਡੀ ਯੂਨੀਅਨ 'ਚ ਇਹ ਗੱਲ ਹੋਈ ਵੀ ਹੋਰ ਭਰਤੀ ਵੀ ਕਰਾਉਣੀ ਆ। ਦੇਖੋ ਜੀ, ਸਾਨੂੰ ਇਹ ਆ ਵੀ ਜੇ ਮਾਸ ਬਚੂਗਾ ਤਾਂ ਹੀ ਮੰਗਾਂ ਨੇ। ਅੱਜ ਹੁਣ ਜੇ 2015 'ਚ ਯੂਨੀਅਨ ਲੜੀ, 16 'ਚ ਭਰਤੀ ਹੋ ਗਈ, ਫਿਰ ਯੂਨੀਅਨ ਲੜੀ, ਫਿਰ ਦੁਬਾਰੇ 91 ਦੀ ਭਰਤੀ ਹੋ ਗਈ। ਜੇ ਆਪਣਾ ਮਾਸ ਰਹੂਗਾ, ਭਵਿੱਖ ਰਹੂਗਾ ਤਾਂ ਹੀ ਮੰਗਾਂ ਨੇ ਨਾ। ਅੱਜ ਸਾਨੂੰ ਤਾਂ ਇਹ ਚਾਹੇ ਨਾਇਬ ਸਿਰ ਬਣਾ ਦੇਣ, ਸਾਨੂੰ ਉਹਦਾ ਫਰਕ ਹੀ ਨਹੀਂ ਪੈਂਦਾ। ਅਸੀਂ ਕਹਿਣਾ ਵੀ ਸਾਡੋਂ ਚਾਹੇ ਕੁਝ 5000 ਲੈ ਲਓ, ਸਾਤੋਂ ਲੈ ਲਓ, ਜੇ ਤੁਹਾਨੂੰ ਨਹੀਂ ਤੁਹਾਡੇ ਕੋਲ ਹੈਗਾ, ਪਰ ਮੰਨੋ ਵੀ ਖਜ਼ਾਨਾ ਖਾਲੀ ਆ। ਤਾਂ ਇਹਨਾਂ ਦਾ ਬੱਚਿਆਂ ਦਾ ਤਾਂ ਉਹ ਕਰੋ ਨਾ, ਭਵਿੱਖ ਸਵਾਰੋ ਵਿਚਾਰਿਆਂ ਦਾ। ਇਹ ਦੇਖੋ ਕਿੱਡੀ ਬੜੀ ਤਰਾਸਦੀ ਆ ਵੀ ਪਟਵਾਰੀ ਭਰਤੀ ਹੋ ਕੇ ਪੇਂਡੂ ਬੱਚਿਆਂ 'ਚ ਕਿੱਡੀ ਬੜੀ ਗੱਲ ਆ ਪਟਵਾਰ ਦੀ। ਅੱਜ ਵੀ ਗੱਲ ਆ ਨਾ ਪਟਵਾਰੀ ਦੀ ਵੀ ਪਤਾ ਨਹੀਂ ਪਟਵਾਰੀ ਲੱਗ ਗਿਆ, ਇਹਨੂੰ ਕੀ ਕੁਬੇਰ ਦਾ ਖਜ਼ਾਨਾ ਲੱਭ ਗਿਆ।
ਉਹ ਨੌਕਰੀ ਛੱਡਣ ਭੱਜ ਰਹੇ ਨੇ। ਦੇਖੋ ਕਿੱਧਰ ਨੂੰ ਜਾ ਰਿਹਾ ਪੰਜਾਬ ਆਪਣਾ ਜੀ, ਫਿਰ ਕਿਵੇਂ ਬਦਲੂਗਾ? ਅੰਗਰੇਜ਼ਾਂ ਨੂੰ ਸੱਦਣ ਨੂੰ ਫਿਰਦੇ ਆ ਸਭ ਨੌਕਰੀਆਂ ਤੋਂ ਪੰਜਾਬੀ ਸੱਭਿਆਚਾਰ ਦੀ ਨੇੜੇ ਦੀ ਪੋਸਟ ਪਟਵਾਰੀ ਆ। ਜੇ ਪਟਵਾਰੀ ਦਾ ਹਾਲ ਆ ਫਿਰ ਸਰਕਾਰੀ ਨੌਕਰੀ 'ਚ ਕਿਉਂ ਆਉਣਗੇ ਬੱਚੇ ਜੀ? ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਜੁੜੇ ਰਹੋ ਅੱਖਰ ਦੇ ਨਾਲ। ਯਾਰ ਗੱਲਾਂ ਹੋ ਸਕਦਾ ਤੁਹਾਨੂੰ ਲੱਗਣ ਵੀ ਅਸੀਂ ਕੀ ਲੈਣਾ, ਪਰ ਲੈਣਾ ਆਪਾਂ ਸਾਰਿਆਂ ਨੇ ਹੁੰਦਾ, ਸਮਾਜ ਮਿਲ ਕੇ ਹੀ ਬਣਦਾ। ਬਹੁਤ ਬਹੁਤ ਧੰਨਵਾਦ ਤੁਹਾਡਾ।